ਜਾਨਾਂ ਮਾਰ ਦੇਣੀਆਂ ਤਾਂ ਕੋਈ ਹਿਊਮਨ ਰਾਈਟਸ ਤਾਂ ਕੁਝ ਵੀ ਨਹੀਂ, ਵੈਸੇ ਤਾਂ ਅੱਜ ਵੀ ਉਹ ਵਾਇਲੇਟ ਇੰਨੇ ਹੁੰਦੇ ਨੇ ਤੇ ਉੱਥੇ ਜੈਨੋਸਾਈਡਲ ਕੈਂਪੇਨਸ ਤਾਂ ਆਮ ਹੀ ਹੁੰਦੀਆਂ ਸੀ ਤੇ ਲਾਰਜੈਸਟ ਵਿਕਟਮਸ ਥਰੂ ਰੇਪ ਐਂਡ ਸਲੇਵਰੀ ਵੂਮਨ ਹੀ ਹੁੰਦੇ ਸੀ। ਉਸ ਕੇਓਸ ਦੇ ਵਿੱਚ ਜਦ ਬਿਲਕੁਲ ਵੀ ਸਟੇਬਿਲਿਟੀ ਹੈ ਨਹੀਂ ਰੂਲਰਸ ਦੀ ਵੀ ਜੀ, ਉਸ ਵੇਲੇ ਇਹਨਾਂ ਦਾ ਜੋ ਕਹਿਣਾ, ਇਹਨਾਂ ਦੀ ਜਿਹੜੀ ਆਪਣੀ ਟ੍ਰੇਨਿੰਗ ਆ, ਫਿਰ ਇਹਨਾਂ ਨੂੰ ਇਸਲਾਮਿਕ ਐਂਗਲ ਤੋਂ ਗੰਜੇ ਸ਼ੱਕਰ ਆਖ ਦੇਣਾ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਸੋ ਬਾਬਾ ਫਰੀਦ ਜੀ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਆ ਗਈ ਨਾ, ਉਹ ਜੇ ਅਸੀਂ ਪੰਜਾਬੀ ਨਜ਼ਰੀਏ ਤੋਂ ਸਮਝਾਂਗੇ ਤਾਂ ਬੜਾ ਕੁਝ ਪਤਾ ਲੱਗੂ। ਮੈਂ ਇੱਥੇ ਪੰਜਾਬੀ ਜਾਣ ਕੇ ਕਿਉਂ ਕਹਿ ਰਿਹਾ, ਕਿਉਂਕਿ ਦੇਖੋ ਉਹ ਪੰਜਾਬ ਦੇ ਹੀ ਸੀ, ਪੰਜਾਬੀ ਹੀ ਉਹਨਾਂ ਨੇ ਵਰਤੀ, ਉਹਨਾਂ ਨੂੰ ਅਰਬੀ ਵੀ ਆਉਂਦੀ ਆ, ਫਾਰਸੀ ਵੀ ਆਉਂਦੀ ਆ, ਤੁਰਕੀ ਵੀ ਆਉਂਦੀ ਆ, ਸੰਸਕ੍ਰਿਤ ਜਾਂ ਓਲਡ ਹਿੰਦੁਸਤਾਨੀ ਵੀ ਆਉਂਦੀ ਆ ਜੀ, ਬਟ ਉਹਨਾਂ ਨੇ ਪੰਜਾਬੀ ਹੀ ਵਰਤੀ। ਜਿਹੜਾ ਪਾਕ ਪਤਨ ਤੋਂ ਸਫ਼ਰ ਸ਼ੁਰੂ ਹੁੰਦਾ ਤੇ ਪਾਕ ਪਤਨ ਨਹੀਂ ਖਤਮ ਹੁੰਦਾ। ਪਾਕ ਪਤਨ ਅੱਜ ਦਾ ਨਾਂ, ਰਾਈਟ, ਤੁਸੀਂ ਸੁਣੀਆਂ ਹੋਣੀਆਂ ਨੁਸਰਤ ਦੀ ਕਵਾਲੀਆਂ ਵੀ, ਬੜੀ ਪੋਪੂਲਰ ਕਵਾਲੀ ਦੀ ਇੱਕ ਲਾਈਨ ਆ, ਅੱਲਾ ਮੁਹੰਮਦ ਚਾਰ ਯਾਰ ਹਾਜੀ ਖਵਾਜਾ ਕੁਤੁਬ ਫਰੀਦ। ਰਾਈਟ, ਹੁਣ ਇਹਨੂੰ ਸਮਝਣਾ ਪੈਣਾ, ਇਹ ਲਾਈਨ ਸਮਝੀ ਨਹੀਂ ਲੋਕਾਂ ਨੇ। ਦੇਖੋ ਇਸਲਾਮ ਦੀ ਗੱਲ ਆ ਇਹ, ਕਿ ਇਸਲਾਮ ਦੇ ਵਿੱਚ ਅੱਲਾ ਸੀ, ਅੱਲਾ ਤੋਂ ਪ੍ਰੋਫਿਟ ਮੁਹੰਮਦ ਹਜ਼ਰਤ ਮੁਹੰਮਦ ਸਾਹਿਬ ਆਏ, ਉਹਨਾਂ ਤੋਂ ਬਾਅਦ ਚਾਰ ਯਾਰ, ਚਾਰ ਖਲੀਫੇ ਉਹਨਾਂ ਦੇ, ਜਿਨ੍ਹਾਂ ਚੋਂ ਅਲੀ ਇੱਕ ਉਹਨਾਂ ਦਾ ਸਨ ਇਨ ਲਾ ਸੀ, ਉਹ ਵੀ ਸੀ। ਉਸ ਤੋਂ ਬਾਅਦ ਫਿਰ ਚਾਰ ਨਾਂ ਹੋਰ ਮੈਂਸ਼ਨ ਕੀਤੇ ਜਿਹੜੇ ਉਹ ਟਾਈਟਲ ਨੇ। ਹਾਜੀ ਇਜ਼ ਦਾ ਪਿਲਗ੍ਰਮ, ਰਾਈਟ, ਖਵਾਜਾ ਇਜ਼ ਅ ਮਾਸਟਰ, ਕੁਤੁਬ ਇਜ਼ ਅ ਸਪਿਰਿਚੁਅਲ ਟੀਚਰ, ਐਂਡ ਫਰੀਦ ਇਜ਼ ਜਿਹੜਾ ਬਹੁਤ ਯੂਨੀਕ ਆ। ਇਹ ਹੁਣ ਚਾਰ ਕੀ ਸੀਗੇ, ਪਹਿਲਾਂ ਤਾਂ ਦਿਖਾ ਰਹੇ ਨੇ ਕਿ ਇਹ ਉਸ ਲਾਈਨ 'ਚ ਆ ਰਹੇ ਨੇ, ਇਹ ਸੈਯਦ ਮੁਸਲਮਾਨ ਸੀਗੇ। ਸੁੰਨੀਆਂ ਚੋਂ ਕਿਵੇਂ ਸ਼ੀਆ ਵਾਲਾ ਆਈਡੀਆ ਵੀ ਆ ਰਿਹਾ, ਇੱਥੇ ਦੇਖੋ ਕਿਵੇਂ ਬੜੀ ਵੱਡੀ ਗੱਲ ਆ ਪੰਜਾਬ ਵਿੱਚ ਸਮਝਣ ਵਾਲੀ। ਪਰ ਉਹਨਾਂ ਨੂੰ ਆਨਰਫਿਕ ਜਿਹੜੇ ਗੰਜੇ ਸ਼ੱਕਰ ਅਸੀਂ ਕਹਿੰਦੇ ਹੈਗੇ ਆ, ਤੇ ਇਹ ਜਿਹੜਾ ਮਿਲਿਆ ਇਹ ਕਿਉਂ ਮਿਲਿਆ ਹੈਗਾ ਸੀ? ਬਟ ਉਹਨਾਂ ਨੇ ਦੇਖਿਆ ਕਿ ਕਸੂਰ ਵਿੱਚ, ਤੁਹਾਨੂੰ ਪਤਾ ਕਸੂਰ ਆਪਾਂ ਕਿਵੇਂ ਇਨਵੋਕ ਕਰਦੇ ਆ, ਉਹ ਮੈਂ ਜਾਣ ਕੇ ਇਨਵੋਕ ਕਰ ਰਿਹਾ ਕਿਉਂਕਿ ਪੰਜਾਬੀ ਜਿਹੜੇ ਪੋਇਟਰੀ ਸਮਝਦੇ ਨੇ, ਬਾਬਾ ਬੁੱਲੇ ਸ਼ਾਹ ਨੂੰ ਵੀ ਪੜ੍ਹਦੇ ਨੇ, ਹੋਰਾਂ ਨੂੰ ਵੀ ਪੜ੍ਹਦੇ ਨੇ, ਅਸੀਂ ਸਾਰਿਆਂ ਨੂੰ ਸੂਫੀ ਆਖ ਦਿੰਦੇ ਆ। ਦੇਖੋ ਇਹ ਮੇਰੀ ਥਾਂ ਨਹੀਂ ਹੈ ਕਹਿਣਾ ਕਿ ਕੌਣ ਸੂਫੀ ਹੈ ਨਹੀਂ, ਕਿਉਂਕਿ ਅੱਜ ਕੱਲ੍ਹ ਦੇ ਕਈ ਗਾਣ ਵਾਲੇ ਵੀ ਆਪਣੇ ਆਪ ਨੂੰ ਸੂਫੀ ਅਖਾਉਂਦੇ ਆ ਤੇ ਨਾਲ ਬੜਾ ਕੁਝ ਹੋਰ ਗੰਦਾ ਤੇ ਅਸ਼ਲੀਲ ਵੀ ਗਾਈ ਜਾਂਦੇ ਨੇ। ਸੋ ਇਹ ਨਹੀਂ ਸੂਫੀ ਹੁੰਦਾ। ਸੂਫੀ ਹੋਣ ਦਾ ਇੱਕ ਅਗੇਨ ਸਿਸਟਮ ਹੈਗਾ ਜੀ, ਉਹਦੇ ਵਿੱਚ ਤੁਸੀਂ ਜੀ ਕਿਵੇਂ ਰਹੇ ਹੋ, ਕੱਲਾ ਗਾ ਕੀ ਰਹੇ ਹੋ, ਇਹ ਨਹੀਂ ਆ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਸਰਦਾਰ ਹਰਿੰਦਰ ਸਿੰਘ ਜੀ ਦੀ। ਹਰਿੰਦਰ ਸਿੰਘ ਜੀ ਤੁਸੀਂ ਸਾਰੇ ਹੀ ਜਾਣਦੇ ਹੋ, ਸੀਨੀਅਰ ਫੈਲੋ ਨੇ ਸਿੱਖ ਰਿਸਰਚ ਇੰਸਟੀਚਿਊਟ ਦੇ ਵਿੱਚ, ਅਤੇ ਉਸ ਤੋਂ ਇਲਾਵਾ ਪੰਜਾਬ ਡਿਜੀਟਲ ਲਾਇਬ੍ਰੇਰੀ ਅਤੇ ਹੋਰ ਬਹੁਤ ਸਾਰੇ ਸਿੱਖ ਰਿਲੇਟਡ ਇਸ਼ੂਜ਼ ਦੇ ਉੱਤੇ ਤੁਸੀਂ ਇਹਨਾਂ ਨੂੰ ਸੁਣਦੇ ਰਹਿੰਦੇ ਹੈਗੇ ਹੋ। ਅੱਜ ਅਸੀਂ ਜਿਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਨੀ ਉਹ ਬਹੁਤ ਹੀ ਇੰਪੋਰਟੈਂਟ ਹੈ। ਬਾਬਾ ਫਰੀਦ ਜੀ ਦੀ ਜੋ ਅੱਜ ਸਿਗਨੀਫਿਕੈਂਸ ਹੈ, ਖਾਸ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਉਹਨਾਂ ਦੀ ਬਾਣੀ ਦਰਜ ਕੀਤੀ ਗਈ, ਉਸ ਵਿੱਚੋਂ ਅਸੀਂ ਕੀ ਸਿੱਖ ਕੇ ਅੱਜ ਦੇ ਇਸ ਸਮੇਂ ਦੇ ਵਿੱਚ ਜਿੱਥੇ ਕਿਓਸ ਹੈ, ਬਹੁਤ ਸਾਰਾ ਜੋ ਟੈਨਸ਼ਨ ਹੈ ਲੋਕਾਂ ਦੇ ਵਿੱਚ, ਬਾਬਾ ਫਰੀਦ ਜੀ ਦੀ ਕੀ ਸਿਗਨੀਫਿਕੈਂਸ ਹੈ, ਕੀ ਇੰਪੋਰਟੈਂਸ ਹੈ, ਔਰ ਇਸ ਬਾਰੇ ਗੱਲਬਾਤ ਕਰਦੇ ਹਾਂ ਸਰਦਾਰ ਹਰਿੰਦਰ ਸਿੰਘ ਜੀ ਨਾਲ। ਹਰਿੰਦਰ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ ਤੁਹਾਡਾ? Good to see you. It's been a Same while. here. Wonderful. It's been a long time. It's a pleasant surprise this Wonderful. morning. Thank you. ਸੋ ਬਾਬਾ ਫਰੀਦ ਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਬਹੁਤ ਸਾਰੇ ਸਲੋਕ ਹੈਗੇ ਨੇ, ਅਤੇ ਖਾਸ ਤੌਰ 'ਤੇ ਅੱਜ ਚਾਹਾਂਗੇ ਕਿ ਜੋ ਉਹਨਾਂ ਦੀ ਬਾਣੀ ਹੈ ਉਸ ਤੋਂ ਅਸੀਂ ਅੱਜ ਕੀ ਸਿੱਖ ਸਕਦੇ ਹਾਂ। ਅੱਜ ਦਾ ਮਾਡਰਨ ਜ਼ਮਾਨਾ ਜਿਸ ਦੇ ਵਿੱਚ ਕਿ ਅਸੀਂ ਟੈਨਸ਼ਨ ਵਿੱਚ ਹਾਂ, ਲੋਕ ਪਰੇਸ਼ਾਨ ਨੇ, ਜੋ ਇਨਵਾਇਰਮੈਂਟ ਕ੍ਰੀਏਟ ਹੋ ਰਿਹਾ, ਬੜਾ ਟੌਕਸਿਕ ਇਨਵਾਇਰਮੈਂਟ ਕ੍ਰੀਏਟ ਹੋ ਰਿਹਾ। ਸੋ ਵਾਟ ਵੁੱਡ ਬੀ ਦ ਸਿਗਨੀਫਿਕੈਂਸ ਆਫ ਬਾਬਾ ਫਰੀਦ ਜੀ's ਬਾਣੀ ਇਨ ਟੂਡੇਜ਼ ਟਾਈਮ? ਆਈ ਥਿੰਕ ਬਾਣੀ ਨੂੰ ਸਮਝਣ ਦੇ ਲਈ ਸਾਨੂੰ ਮਾਹੌਲ ਸਮਝਣਾ ਪੈਂਦਾ, ਰਾਈਟ, ਕਿਉਂਕਿ ਕਿਹੜੇ ਮਾਹੌਲ ਵਿੱਚ ਕਿਹੜੀ ਗੱਲ ਕੀਤੀ ਜਾ ਰਹੀ ਹੈ। ਮੋਸਟ ਆਫ ਅਸ ਇਨਕਲੂਡਿੰਗ ਮੀ, ਕਿਉਂਕਿ ਅਸੀਂ ਬੜਾ ਪੰਜਾਬ ਦੀ ਹਿਸਟਰੀ ਨੂੰ ਜਾਣਦੇ ਨਹੀਂ ਆ। ਪਹਿਲੀ ਗੱਲ ਤਾਂ ਉਹ ਪੰਜਾਬੀ ਨੇ, ਸੋ ਕਈ ਵਾਰ ਸਾਨੂੰ ਬੋਲੀ ਤੋਂ ਹੈਗਾ ਮੁਲਤਾਨੀ ਐਂਗਲ ਉਸ ਬੋਲੀ ਦੇ ਵਿੱਚ, ਬਟ ਉਹ 12th ਸੈਂਚੁਰੀ ਦੇ ਲਾਗੇ ਤਾਂ ਅੱਗੇ ਹੈਗੇ ਸਾਡੇ ਕੋਲ। ਐਂਡ ਉਸ ਵੇਲੇ ਪੰਜਾਬ 'ਚ ਕੀ ਚੱਲ ਰਿਹਾ, ਜਿਵੇਂ ਆਪਾਂ ਕਹਿੰਦੇ ਇਸ ਵੇਲੇ ਹੜ੍ਹ ਆਏ ਹੋਏ ਨੇ, ਜਾਂ ਤੁਹਾਡੇ BC ਵਿੱਚ ਇੰਨੀਆਂ ਅੱਗਾਂ ਲੱਗੀਆਂ ਹੋਈਆਂ ਨੇ, ਇਹੀ ਸਾਡੇ ਅੰਦਰ ਚੱਲ ਰਿਹਾ। ਅੰਦਰ ਵੀ ਹੜ੍ਹ ਆਉਂਦੇ ਰਹਿੰਦੇ ਨੇ, ਅੰਦਰ ਵੀ ਅੱਗ ਲੱਗੀ ਹੋਈ ਹੈ। ਇਹੀ ਬਾਹਰ ਕੋਈ ਨਾ ਕੋਈ ਜਾਂ ਹਿਊਮਨ ਮੇਡ ਕੈਟਾਸਟ੍ਰਫੀ ਹੁੰਦੀ ਆ ਜਾਂ ਨੈਚੁਰਲ ਡਿਜ਼ਾਸਟਰਸ ਹੁੰਦੇ ਨੇ, ਰਾਈਟ। ਉਹ ਕਈ ਵਾਰੀ ਦੋਨਾਂ ਦਾ ਸੁਮੇਲ ਹੁੰਦਾ, ਜਿਵੇਂ ਹੁਣ ਕਲਾਈਮੇਟ ਚੇਂਜ ਵੀ ਸਾਨੂੰ ਦੱਸ ਰਿਹਾ। ਸੋ ਜਦ ਬਾਬਾ ਫਰੀਦ ਜੀ ਹੋਣੀ ਇਸ ਧਰਤੀ 'ਤੇ ਨੇ, ਉਸ ਵੇਲੇ ਦੀ ਪੰਜਾਬ ਦੀ ਹਿਸਟਰੀ ਨਾ ਆਲਮੋਸਟ ਸਾਨੂੰ ਪਤਾ ਹੀ ਨਹੀਂ ਕੀ ਹੋ ਰਿਹਾ। ਉਹ ਬਹੁਤ ਕਿਓਟਿਕ ਆ, ਵੈਰੀ ਕਿਓਟਿਕ। ਸਾਨੂੰ ਕੁਤੁਬਉਦੀਨ ਐਬਕ ਦਾ ਨਾਂ ਸੁਣਦਾ ਕਿ ਉਹਦੀ ਲਾਸਟ ਸਲਤਨਤ ਸੀ, ਉਸ ਤੋਂ ਬਾਅਦ ਇਬਰਾਹਿਮ ਲੋਧੀ ਆ ਜਾਂਦਾ। ਉਹ 300 ਸਾਲ ਦਾ ਗੈਪ ਆ, ਰਾਈਟ। ਉਹ 300 ਸਾਲ ਵਿੱਚ ਕੀ ਹੋ ਰਿਹਾ? ਆ ਜਿਹੜੇ ਅਸੀਂ ਇਨਵੇਜ਼ਨਸ ਆਮ ਸੁਣਦੇ ਆ ਨਾ, ਆਪਾਂ ਸਿੱਖ ਪੀਰੀਅਡ ਵਾਲੇ ਤਾਂ ਸੁਣਦੇ, ਉਸ ਤੋਂ ਪਹਿਲਾਂ ਵੀ ਇਹੀ ਚੱਲ ਰਿਹਾ, ਰਾਈਟ। ਇੱਥੋਂ ਪ੍ਰਿਥਵੀ ਰਾਜ ਚੌਹਾਨ ਹੋ ਰਿਹਾ, ਕੋਈ ਹੋਰ ਦਿੱਲੀ ਸਲਤਨਤ ਆ ਗਈ, ਕਦੇ ਕੁਝ ਹੋਰ ਆ ਗਿਆ, ਮਤਲਬ ਕੋਈ ਸਟੇਬਿਲਿਟੀ ਹੈ ਨਹੀਂ।
ਪੰਜਾਬ ਦੇ ਵਿੱਚ ਵੀ। ਰਾਈਟ। ਹੁਣ ਉਨੀ ਅਨਸਟੇਬਲ ਪੋਲੀਟੀਕਲ ਸਿਚੁਏਸ਼ਨ ਤੇ ਜਿਹਨੂੰ ਅਸੀਂ ਪੋਲੀਟੀਕਲ ਅੱਜ ਕੱਲ੍ਹ ਆਖਦੇ ਹਾਂ, ਪਹਿਲਾਂ ਇਹਦੇ ਨਾਲੋਂ ਕਿਤੇ ਜ਼ਿਆਦਾ ਮਾੜੀ ਹੁੰਦੀ ਸੀ। ਕਹਿੰਦਾ ਜਾਨਾਂ ਮਾਰ ਦੇਣੀਆਂ ਤਾਂ ਕੋਈ ਹਿਊਮਨ ਰਾਈਟਸ ਤਾਂ ਕੁਝ ਵੀ ਨਹੀਂ, ਵੈਸੇ ਤਾਂ ਅੱਜ ਵੀ ਉਹ ਵਾਇਲੇਟ ਇੰਨੇ ਹੁੰਦੇ ਨੇ ਤੇ ਉੱਥੇ ਜੈਨੋਸਾਈਡਲ ਕੈਂਪੇਨਸ ਤਾਂ ਆਮ ਹੀ ਹੁੰਦੀਆਂ ਸੀ ਤੇ ਲਾਰਜੈਸਟ ਵਿਕਟਮਸ ਥਰੂ ਰੇਪ ਐਂਡ ਸਲੇਵਰੀ ਵੈਮਨ ਹੀ ਹੁੰਦੇ ਸੀ। ਉਸ ਕੇਓਸ ਦੇ ਵਿੱਚ ਜਦ ਬਿਲਕੁਲ ਵੀ ਸਟੇਬਿਲਿਟੀ ਹੈ ਨਹੀਂ ਰੂਲਰਸ ਦੀ ਵੀ, ਉਸ ਵੇਲੇ ਇਹਨਾਂ ਦਾ ਜੋ ਕਹਿਣਾ, ਇਹਨਾਂ ਦੀ ਜਿਹੜੀ ਆਪਣੀ ਟ੍ਰੇਨਿੰਗ ਆ, ਫਿਰ ਇਹਨਾਂ ਨੂੰ ਇਸਲਾਮਿਕ ਐਂਗਲ ਤੋਂ ਗੰਜੇ ਸ਼ੱਕਰ ਆਖ ਦੇਣਾ, ਇਹ ਸਮਝਣਾ ਬਹੁਤ ਜ਼ਰੂਰੀ ਆ। ਕਿਉਂਕਿ ਬਾਣੀ ਜਿਹੜੀ ਹੈਗੀ ਆ ਉਹ ਕਿਸੇ, ਦੇਖੋ ਉਹ ਹੁੰਦੀ ਅਟੱਲ ਆ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਤਾਂ ਉਹ ਅਟੱਲ ਹੈਗੀ। ਜੇ ਉਹਨਾਂ ਦੀ ਜਿਹੜਾ ਪਾਰਟ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ, ਅਸੀਂ ਉਹਨੂੰ ਹਰ ਵੇਲੇ ਲਈ ਮੰਨਾਂਗੇ, ਆਦ ਸੱਚ ਜੁਗਾਦ ਸੱਚ ਲਈ। ਬਟ ਉਹ ਇੱਕ ਮਾਹੌਲ 'ਚ ਹੁੰਦੀ ਆ, ਉਹ ਇਕੱਲਾ ਰਿਐਕਸ਼ਨ ਨਹੀਂ ਹੁੰਦਾ, ਉਹਦੇ ਤੇ ਤੁਹਾਡਾ ਇੱਕ ਲਾਰਜਰ ਐਕਸਪੀਰੀਅੰਸ ਜਾਂ ਤੁਹਾਡਾ ਐਕਸਪੀਰੀਅੰਸ ਆਫ ਦਾ ਡਿਵਾਈਨ ਦੇ ਨਾਲ ਜੁੜਿਆ ਹੁੰਦਾ। ਸੋ ਵੈਨ ਵੀ ਸੇ ਬਾਬਾ ਫਰੀਦ ਜੀ ਦੀ ਰੈਲੇਵੈਂਸ ਕੀ ਆ ਅੱਜ, ਉਹ ਜ਼ਿਆਦਾ ਇੰਪੋਰਟੈਂਟ ਗੱਲ ਆ ਕਿ ਇੰਨੀ ਕੇਓਸ ਦੇ ਵਿੱਚ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ। ਤੇ ਉਹਨਾਂ ਦੀ ਨੰਬਰ 1 ਗੱਲ ਕੀ ਸੀਗੀ, ਉਹ ਮੈਂ ਇੱਕ ਵਰਡ ਹੀ ਜਿਸ ਵੇਲੇ ਯੂਜ਼ ਕਰਾਂ, ਉਹ ਲਵ ਹੀ ਆ। ਜਿਹਨੂੰ ਅੱਜ ਕੱਲ੍ਹ ਤੁਸੀਂ ਉਹਨਾਂ ਦੀ ਬਾਣੀ ਦੇਖੋ, ਉਹਨਾਂ ਦਾ ਚਾਲ ਚੱਲਣ ਦੇਖੋ, ਉਹਨਾਂ ਦੀ ਟ੍ਰੇਨਿੰਗ ਦੇਖੋ, ਇਟਸ ਵੈਰੀ ਵੈਰੀ ਬਿਗ। ਸੋ ਆਲ ਆਈ ਵਾਂਟ ਟੂ ਸੇ ਫਰਸਟ ਇਜ਼ ਕਿ ਜਦ ਬਹੁਤ ਜ਼ਿਆਦਾ ਮਾਹੌਲ ਖਰਾਬ ਹੋਵੇ, ਹਰ ਕਿਸਮ ਦੀ ਇੰਸਟੇਬਿਲਿਟੀ ਹੋਵੇ, ਹਿਊਮਨ ਲੈਵਲ ਦੀ, ਕਲਾਈਮੇਟ ਲੈਵਲ ਦੀ, ਜੀਓਗ੍ਰਾਫੀਕਲ ਪ੍ਰੋਬਲਮਸ ਦੀ, ਜਿਹਨੂੰ ਅਸੀਂ ਹੜ੍ਹ ਤੇ ਕਹਿ ਰਹੇ ਹਾਂ ਇਸ ਵੇਲੇ, ਉਸ ਵੇਲੇ ਵੀ ਸੁਪਰੀਮ ਆਨਸਰ ਜਿਹੜਾ ਉਹ ਲਵ ਦਾ ਹੀ ਆ, ਉਹ ਪ੍ਰੇਮ, ਇਸ਼ਕ ਜਾਂ ਮੁਹੱਬਤ ਦਾ ਹੀ ਆ। ਪਰ ਉਹਨਾਂ ਨੂੰ ਆਨਰਫਿਕ ਜਿਹੜੇ ਗੰਜੇ ਸ਼ੱਕਰ ਅਸੀਂ ਕਹਿੰਦੇ ਹੈਗੇ ਆ, ਤੇ ਇਹ ਜਿਹੜਾ ਮਿਲਿਆ, ਇਹ ਕਿਉਂ ਮਿਲਿਆ ਹੈਗਾ ਸੀ? ਹਾਂ, ਦੇਖੋ ਗੰਜ ਹੁੰਦਾ ਟ੍ਰੈਜਰ ਐਂਡ ਸ਼ੱਕਰ ਹੁੰਦੀ ਆ ਸ਼ੂਗਰ ਜਾਂ ਸਵੀਟਨੈਸ। ਹੁਣ ਉਹ ਸਵੀਟਨੈਸ ਦੀ ਐਪੀਟੋਮ ਸੀ, ਮਤਲਬ ਸਵੀਟਨੈਸ ਦੇ ਟ੍ਰੈਜਰ ਹਾਊਸ ਸੀ ਜਿਹਨੂੰ ਅਸੀਂ ਕਹਾਂਗੇ। ਗੰਜੇ ਸ਼ੱਕਰ ਦਾ ਇਹ ਮਤਲਬ ਆ ਕਿਉਂਕਿ ਉਹਨਾਂ ਨੇ ਜਿਹੜੀ ਵੀ ਸਿਚੁਏਸ਼ਨ ਨਾਲ ਡੀਲ ਕੀਤਾ। ਵੈਸੇ ਦੇਖੋ ਹਰ ਇੰਡੀਵਿਜੂਅਲ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਵੱਡੀਆਂ, ਉਹਨਾਂ ਦੇ ਪਿੱਛੇ ਕਈ ਫੇਬਲਸ ਤੇ ਫੋਕਸੀ ਚੀਜ਼ਾਂ ਵੀ ਹੁੰਦੀਆਂ, ਹਿਸਟੋਰੀਕਲੀ ਐਕੂਰੇਟ ਨੇ ਨਹੀਂ ਆ, ਆਪਾਂ ਇਸ ਵਿਵਾਦ 'ਚ ਫਸ ਜਾਂਦੇ ਆ, ਪਰ ਉਹਦਾ ਮਕਸਦ ਸਮਝਣਾ ਜ਼ਿਆਦਾ ਜ਼ਰੂਰੀ ਆ। ਕਿਉਂਕਿ ਉਹਨਾਂ ਨੂੰ ਉਹਨਾਂ ਦੀ ਮਾਂ ਨੇ ਖੰਡ ਦੇ ਕੇ, ਸ਼ੂਗਰ ਦੇ ਕੇ ਰੱਬ ਵੱਲ ਆਇਆ ਸੀ। ਰੱਬ ਮੈਂ ਜਾਣ ਕੇ ਵਰਡ ਯੂਜ਼ ਕਰ ਰਿਹਾ ਕਿਉਂਕਿ ਇਹ ਪੰਜਾਬੀ ਵਿੱਚ ਅਰਬੀ ਫਾਰਸੀ ਇਨਫਲੂਐਂਸ ਤੋਂ ਆਇਆ ਤੇ ਉਹ ਇਸਲਾਮ ਦੇ ਪਰਸੂਏਸ਼ਨ ਤੋਂ ਤਾਂ ਮੈਂ ਇਹ ਵਰਡ ਯੂਜ਼ ਕਰ ਰਿਹਾ। ਸੋ ਇਸ ਕਰਕੇ ਉਹ ਕਿਉਂਕਿ ਸ਼ੂਗਰ ਦੇ ਰਾਹੀਂ ਇੱਕ ਤੁਸੀਂ ਕਹੋ ਇੱਧਰ ਵੱਲ ਲਿਆਏ ਸੀ, ਜਿਵੇਂ ਆਪਾਂ ਨਾ ਇਨਸੈਂਟਿਵਾਈਜ਼ ਕਰਨਾ, ਬਟ ਜਦ ਸ਼ੂਗਰ ਮੁੱਕ ਗਈ, ਇਨਸੈਂਟਿਵਾਈਜ਼ੇਸ਼ਨ ਨਹੀਂ ਸੀ, ਫਿਰ ਉਹਨਾਂ ਨੂੰ ਹੋਰ ਹਾਇਰ ਕਿਸਮ ਦੀ ਸਵੀਟਨੈਸ ਮਿਲੀ। ਆਪਾਂ ਇਹ ਕਹਿੰਦੇ ਵੀ ਹਾਂ, ਤੁਹਾਡੀ ਰਿਲੇਸ਼ਨਸ਼ਿਪ ਜਦ ਬਹੁਤ ਤਗੜੀ ਹੋਵੇ ਨਾ ਹਿਊਮਨ ਲੈਵਲ ਤੇ ਵੀ, ਆਪਾਂ ਕਹਿੰਦੇ ਇਟਸ ਵੈਰੀ ਸਵੀਟ। ਐਬਸੋਲੂਟਲੀ। ਐਂਡ ਜਦ ਤੁਸੀਂ ਸਿੱਖ ਐਂਗਲ ਤੋਂ ਜਾਂ ਸਪਿਰਿਚੁਅਲ ਸੂਫੀ ਐਂਗਲ ਤੋਂ ਵੀ ਦੇਖਦੇ ਹੋ, ਉਹ ਤਾਂ ਕਹਿੰਦੇ ਨੇ ਕਿ ਯੂ ਕੈਨ ਟੇਸਟ ਦ ਸਵੀਟਨੈਸ, ਕਿ ਜਿਹੜਾ ਡਿਵਾਈਨ ਤੁਹਾਨੂੰ ਜਗਾ ਕੇ ਰੱਖ ਰਿਹਾ ਪੂਰੀ ਰਾਤ, ਜਦ ਤੁਹਾਨੂੰ ਉਹ ਮਿਲਦਾ, you actually can feel that sweetness on your tongue, in your language. So ਗੰਜੇ ਸ਼ੱਕਰ ਇਸ ਕਰਕੇ ਵੀ ਆਖਿਆ ਗਿਆ ਕਿ regardless of situation he was in, ਉਹਨਾਂ ਨੇ ਸਿਰਫ ਇਹ ਸਵੀਟਨੈਸ ਵਾਲਾ ਆਈਡੀਆ ਹੀ ਪ੍ਰੈਜ਼ੈਂਟ ਕੀਤਾ, ਤੇ ਸਿਰਫ ਆਈਡੀਆ ਹੀ ਨਹੀਂ ਸੀ, ਉਹਨੂੰ ਜੀਆ, ਤੇ ਉਹ ਇੰਨੀ ਸਵੀਟਨੈਸ ਸੀ ਕਿ ਉਹ ਗੰਜੇ ਸ਼ੱਕਰ ਬਣ ਗਿਆ, ਕਿ ਉਹ ਐਪੀਟੋਮ ਆਫ ਸਵੀਟਨੈਸ ਬਣ ਗਿਆ, ਉਹ ਟ੍ਰੈਜਰ ਹਾਊਸ ਆਫ ਸਵੀਟਨੈਸ ਬਣ ਗਿਆ। ਬਹੁਤ ਖੂਬ, ਬਿਲਕੁਲ ਜੀ। ਜਿਹੜਾ ਉਹਨਾਂ ਨੇ ਪਿਆਰ ਮੁਹੱਬਤ ਦਾ ਜਿਹੜਾ ਮੈਸੇਜ ਦਿੱਤਾ ਹੈਗਾ, ਖਾਸ ਤੌਰ 'ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇੰਨੇ ਕਿਓਟਿਕ ਸਰਕਮਸਟੈਂਸਿਸ ਦੇ ਵਿੱਚ, ਅਤੇ ਉਸ ਨੂੰ ਜਦੋਂ ਅਸੀਂ ਅੱਜ ਅਸੈਸ ਕਰਦੇ ਹਾਂ, ਅੱਜ ਦੇ ਮਾਹੌਲ ਦੇ ਨਾਲ ਅਸੀਂ ਜੋੜਦੇ ਹਾਂ, ਉਸ ਬਾਰੇ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਵਿਸਥਾਰ ਸਾਡੇ ਨਾਲ ਗੱਲਬਾਤ ਕਰੋ ਕਿ ਉਸ ਸਮੇਂ ਦੀ ਉਹਨਾਂ ਦੀ ਥਾਟ ਪ੍ਰੋਸੈਸ ਜਿਹੜਾ ਹੈਗਾ ਸੀ, ਅੱਜ ਉਸ ਦੀ ਅਗੇਨ ਰੈਲੇਵੈਂਸ, ਅਤੇ ਕਿਵੇਂ ਅਸੀਂ ਉਸ ਨੂੰ ਅਡੋਪਟ ਕਰਕੇ ਉਹੀ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ, ਕਿਉਂਕਿ ਅੱਜ ਵਿਵਾਦ ਵੱਧਦਾ ਜਾ ਰਿਹਾ ਹੈਗਾ। ਐਂਡ ਜਿਹੜੀ ਤੁਸੀਂ ਉਹ ਗੱਲ ਕੀਤੀ ਨਾ, ਟੌਕਸਿਕ ਮੈਂਟੈਲਿਟੀ ਜਿਹੜੀ ਹੈਗੀ ਹੈ, ਅਸੀਂ ਬੜੇ ਰਿਜਿਡ ਹੁੰਦੇ ਜਾ ਰਹੇ ਹਾਂ, ਬੜੇ ਆਪਣੇ ਆਪ ਨੂੰ ਇੱਕ ਨੈਰੋ ਸਫੇਅਰ ਦੇ ਵਿੱਚ ਕਨਫਾਈਨ ਕਰਦੇ ਜਾ ਰਹੇ ਹਾਂ, ਜਦ ਕਿ ਗੁਰੂ ਦਾ ਸੰਦੇਸ਼ ਤਾਂ ਕੁਝ ਹੋਰ ਸੀ। ਅਤੇ ਖਾਸ ਤੌਰ 'ਤੇ ਐਸੇ ਪੀਰ ਪੈਗੰਬਰ ਜਿਹੜੇ ਆਏ, ਉਹਨਾਂ ਨੇ ਸਾਂਝੀ ਵਾਲਤਾ ਦਾ ਮੈਸੇਜ ਦਿੱਤਾ, ਉਹਨਾਂ ਨੇ ਇਨਕਲੂਸਿਵਨੈਸ ਦੀ ਗੱਲ ਕੀਤੀ, ਨਾ ਕਿ ਐਕਸਕਲੂਡ ਕਰਨ ਦੀ ਗੱਲ ਕੀਤੀ। ਬਟ ਇਹ ਅੱਜ ਜਿਹੜਾ ਕੌਨਸੈਪਟ ਸਾਡੇ 'ਤੇ ਭਾਰੂ ਹੁੰਦਾ ਜਾ ਰਿਹਾ, ਅਸੀਂ ਐਕਸਕਲੂਡ ਕਰਦੇ ਜਾ ਰਹੇ ਹਾਂ, ਅਸੀਂ ਰਿਜਿਡ ਹੁੰਦੇ ਜਾ ਰਹੇ ਹਾਂ, ਅਸੀਂ ਨੈਰੋ ਮਾਈਂਡਡ ਹੋ ਰਹੇ ਜਾ ਰਹੇ ਹਾਂ। ਅੱਜ ਦੇ ਸਮੇਂ ਦੇ ਵਿੱਚ ਕੀ ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਿ ਸਾਨੂੰ ਅਡੋਪਟ ਕਰਨਾ ਲਾਜ਼ਮੀ ਬਣਦਾ ਹੈਗਾ? ਦੇਖੋ, ਇਹ ਤਾਂ ਹਰੇਕ ਇੰਡੀਵਿਜੂਅਲ ਨੇ ਆਪਣਾ ਡਿਸੀਜਨ ਲੈਣਾ ਜੀ, ਬਟ ਜੇ ਕਿਸੇ ਚੀਜ਼ ਨੂੰ ਅਡੋਪਟ ਕਰਨਾ ਪੈਂਦਾ, ਉਹਨੂੰ ਸਮਝਣਾ ਪਊ ਨਾ। ਐਬਸੋਲੂਟਲੀ। ਕਿਉਂਕਿ ਆਪਾਂ ਕਹਿੰਦੇ ਆ 18th ਸੈਂਚੁਰੀ ਵਿੱਚ ਵੀ ਨਾ ਜਰਮਨੀ ਦੇ ਫਿਲਾਸਫਰ ਨੀਤਸ਼ੇ ਵਰਗੇ ਵੀ ਕਹਿੰਦੇ ਨੇ ਇੱਥੇ ਮਾਰਕੀਟ ਪਲੇਸ ਆਫ ਆਈਡੀਆਜ਼ ਆ। ਅੱਜ ਤਾਂ ਹੋਰ ਵੱਧ ਗਈ ਆ, ਕਿਉਂਕਿ ਹਰ ਬੰਦੇ ਦਾ ਰੇਡੀਓ ਸ਼ੋਅ ਆ, ਟੀਵੀ ਚੈਨਲ ਆ, ਪੋਡਕਾਸਟ ਆ, ਕਥਾਵਾਂ ਇੰਨੀਆਂ ਹੋ ਰਹੀਆਂ ਨੇ, ਸਿਲਸਿਲੇ ਪਤਾ ਨਹੀਂ ਕਿਹੜੇ ਕਿਹੜੇ ਚੱਲ ਰਹੇ ਨੇ। ਪਰ ਜਿਹੜਾ ਬਾਬਾ ਫਰੀਦ ਜੀ ਵਾਲਾ ਇੱਕ ਚਿਸ਼ਤੀ ਆਰਡਰ ਦਾ ਸਿਲਸਿਲਾ, ਕਿ ਸਾਨੂੰ ਉਹਦੀ ਸਮਝ ਹੈ,
ਦੈਟਸ ਦ ਕੁਐਸਚਨ। ਜਿਸ ਸਿਲਸਿਲੇ ਦਾ ਹੀ ਨਹੀਂ ਪਤਾ ਸਾਨੂੰ ਤੇ ਕੀ ਅਸੀਂ ਅਡਾਪਟ ਕਰਾਂਗੇ, ਫਿਰ ਕੀ ਅਡਾਪਟ ਕਰਾਂਗੇ। ਬਿਲਕੁਲ। ਸੋ ਇਸ ਕਰਨ ਲਈ ਤੇ ਸਿਲਸਿਲੇ ਦੇ ਬਾਰੇ, ਥਾਟ ਦੇ ਬਾਰੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬਾਣੀ ਦੇ ਬਾਰੇ ਜੇ ਕਿਸੇ ਦੀ ਸਮਝਣਾ, ਦੈਨ ਵੀ ਹੈਵ ਟੂ ਅੰਡਰਸਟੈਂਡ ਉਹਨਾਂ ਦੇ ਬਾਰੇ ਉਹਨਾਂ ਨੇ ਆਪ ਕੀ ਕਿਹਾ ਜੀ। ਇੱਕ ਹੈਗੇ ਮੇਰੇ ਵਰਗੇ ਗੱਲ ਕਰ ਰਹੇ ਨੇ ਆ ਕੇ, ਹੁਣ ਅਸੀਂ ਆਪਣੀਆਂ ਚੀਜ਼ਾਂ ਨੂੰ ਛੁਪਾਉਣ ਲਈ ਚੀਜ਼ ਨੂੰ ਬਦਲ ਵੀ ਦਿੰਦੇ ਹਾਂ। ਜੀ ਜੀ। ਇੱਕ ਹੈ ਜਿਨ੍ਹਾਂ ਨੇ ਉਹ ਆਪ ਲਿਖਿਆ, ਜਿਵੇਂ ਆਪਾਂ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਸਮਝਣਾ, ਨੰਬਰ 1 ਸੋਰਸ ਆਫ ਨੌਲੇਜ ਇਜ਼ ਹਿਸ ਬਾਣੀ। ਸੋ ਬਾਬਾ ਫਰੀਦ ਜੀ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਆ ਗਈ ਨਾ, ਉਹ ਜੇ ਅਸੀਂ ਪੰਜਾਬੀ ਨਜ਼ਰੀਏ ਤੋਂ ਸਮਝਾਂਗੇ ਤਾਂ ਬੜਾ ਕੁਝ ਪਤਾ ਲੱਗੂ। ਮੈਂ ਇੱਥੇ ਪੰਜਾਬੀ ਜਾਣ ਕੇ ਕਿਉਂ ਕਹਿ ਰਿਹਾ, ਕਿਉਂਕਿ ਦੇਖੋ ਉਹ ਪੰਜਾਬ ਦੇ ਹੀ ਸੀ, ਪੰਜਾਬੀ ਹੀ ਉਹਨਾਂ ਨੇ ਵਰਤੀ, ਉਹਨਾਂ ਨੂੰ ਅਰਬੀ ਵੀ ਆਉਂਦੀ ਆ, ਫਾਰਸੀ ਵੀ ਆਉਂਦੀ ਆ, ਤੁਰਕੀ ਵੀ ਆਉਂਦੀ ਆ, ਸੰਸਕ੍ਰਿਤ ਜਾਂ ਓਲਡ ਹਿੰਦੁਸਤਾਨੀ ਵੀ ਆਉਂਦੀ ਆ ਜੀ, ਬਟ ਉਹਨਾਂ ਨੇ ਪੰਜਾਬੀ ਹੀ ਵਰਤੀ। ਜਿਹੜਾ ਪਾਕ ਪਤਨ ਤੋਂ ਸਫ਼ਰ ਸ਼ੁਰੂ ਹੁੰਦਾ ਤੇ ਪਾਕ ਪਤਨ ਨਹੀਂ ਖਤਮ ਹੁੰਦਾ। ਪਾਕ ਪਤਨ ਅੱਜ ਦਾ ਨਾਂ, ਹਾਂਜੀ ਹਾਂਜੀ, ਉਹ ਉਹਨਾਂ ਦੇ ਨਾਂ ਤੇ ਹੀ ਹੁਣ ਪੰਜਾਬੀ ਵਾਲੇ, ਜਿਵੇਂ ਆਪਾਂ ਫਰੀਦਕੋਟ ਸ਼ਹਿਰ ਹੁਣ ਵੈਸਟਰਨ ਤੇ ਈਸਟਰਨ ਪੰਜਾਬ ਡਿਵਾਈਡ ਹੋਏ ਨੇ, ਆਪਣੇ ਵੀ ਇੱਧਰ ਆ, ਉਹ ਵੀ ਨਾਂ ਬਦਲਿਆ ਗਿਆ। ਸੋ ਜੋ ਦੇ ਰਹੇ ਨੇ ਨਾ ਆਪਣੇ ਥਾਟ ਵਿੱਚ, ਉਹ ਥਾਟ ਦਾ ਅਸਰ ਇੰਨਾ ਹੋਇਆ, ਦ ਇੰਪੈਕਟ ਜੇ ਸਾਨੂੰ ਸਮਝ ਆਉਂਦਾ ਨਾ, ਫਿਰ ਅਸੀਂ ਦੇਖਦੇ ਹਾਂ ਯਾਰ ਇਹ ਬੰਦਾ ਸੀ ਕੀ, ਉਹਦਾ ਆਈਡੀਆ ਕੀ ਸੀ। ਮੈਂ ਇੰਪੈਕਟ ਵਾਲਾ ਜੇ ਖੜਾ ਹੈਗਾ ਅਜੇ ਵੀ, ਆਈ ਡੋਂਟ ਥਿੰਕ ਵੀ ਅੰਡਰਸਟੈਂਡ ਹਿਜ਼ ਇੰਪੈਕਟ। ਰਾਈਟ, ਕਿ ਲੋਕਾਂ ਦੇ ਹਿੰਦੂ ਰਾਜੇ ਨੇ ਮੱਖੋਵਾਲ, ਆਈ ਥਿੰਕ, ਜਾਂ ਮੱਖੋਪੁਰ ਸੀਗਾ ਨਾਂ, ਉਹ ਬਦਲ ਕੇ ਫਰੀਦਕੋਟ ਰੱਖਿਆ ਤੇ ਉਧਰ ਪਾਕ ਪਤਨ ਨਾਂ ਰੱਖ ਦਿੱਤਾ ਗਿਆ, ਹੈ ਨਾ। ਸੋ ਇਹ ਕਿੱਦਾਂ ਹੁੰਦਾ, ਜਿਵੇਂ ਆਪਾਂ ਕਹਿੰਦੇ ਨਾ ਗੋਰਖ ਮਤਾ ਨਾਨਕ ਮਤਾ ਬਣ ਗਿਆ, ਕਿਉਂਕਿ ਜਿਹੜਾ ਥਾਟ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਤੇ ਉਹ ਥਾਟ ਨੂੰ ਜੀਆ, ਕੱਲਾ ਪ੍ਰੈਜ਼ੈਂਟੇਸ਼ਨ ਹੁੰਦੀ ਆ ਫਿਲਾਸਫੀ ਜੀ, ਫਿਰ ਉਹ ਦੇਖਿਆ ਕਿ ਯਾਰ ਇਹ ਤਾਂ ਹੂਬਹੂ ਜੀ ਰਹੇ ਨੇ। ਸੋ ਉਹਦਾ ਇਫੈਕਟ ਸਾਰਿਆਂ ਤੇ ਹੁੰਦਾ, ਭਾਵੇਂ ਉਹ ਹਿੰਦੂ ਸੀ ਉਸ ਵੇਲੇ ਦੇ, ਮੁਸਲਮਾਨ ਸੀ, ਤੇ ਜੇ ਸਿੱਖ ਤਾਂ ਆਈ ਨਹੀਂ ਸੀ, ਜਿਹੜੇ ਟਰਾਈਬਲ ਸੀ ਜਾਂ ਜਿਹੜੇ ਵੀ ਆਪਣੇ ਆਪਣੇ ਘਰਾਣਿਆਂ ਚੋਂ ਆਏ ਹੁੰਦੇ ਸੀ, ਉਹਨਾਂ ਦੇ ਬੜਾ ਇੰਪੈਕਟ ਪਿਆ ਇਸ ਗੱਲ ਦਾ ਕਿ what you see is what you get, ਜਿਹਨੂੰ ਅੱਜ ਆਪਾਂ ਕਹਿੰਦੇ ਆ। ਸੋ ਇਹ ਇੰਪੈਕਟ ਕਿਉਂ ਆਇਆ, ਬਿਕੋਜ਼ ਉਹਨਾਂ ਦੀ ਜਿਹੜੀ ਮੈਸੇਜਿੰਗ ਆ ਨਾ, ਉਹ ਬਹੁਤ ਤਕੜੀ ਆ। ਐਂਡ ਇੱਥੇ ਦਿਸ ਇਜ਼ ਵਾਈ ਆਈ ਵੈਂਟ ਲਿਟਲ ਬਿਟ ਇਨਟੂ ਡੀਟੇਲ ਦਿਸ ਕਨਵਰਸੇਸ਼ਨ, ਕਿਉਂਕਿ ਤੁਹਾਡੇ ਜਿਹੜੇ ਸਵਾਲ ਸੀ ਮੈਂ ਉਹ ਸਾਰੇ ਸਮਝ ਰਿਹਾ ਜੀ, ਬਟ ਉਹਦੇ ਪਿੱਛੇ ਜਾਣਾ ਜ਼ਰੂਰੀ ਆ ਥੋੜਾ ਜਿਹਾ। ਆਈ ਅੰਡਰਸਟੈਂਡ ਜੀ, ਬਿਲਕੁਲ, ਕਿਉਂਕਿ ਜਦ ਤੱਕ ਤੁਸੀਂ ਉਹ ਇੰਪੈਕਟ ਨਹੀਂ ਸਮਝੋਗੇ ਤਦ ਤੱਕ ਤੁਸੀਂ ਉਸ ਦੀ ਰੈਲੇਵੈਂਸ ਨੂੰ ਸਮਝ ਨਹੀਂ ਸਕੋਗੇ। ਬਲਕਿ ਮੈਂ ਥੋੜਾ ਜਿਹਾ ਹੋਰ ਗੱਲ ਕਰਾਂ, ਦੇਖੋ ਇਹਨਾਂ ਦੇ ਇਹ ਆਪ ਇਹਨੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਰੈਗੂਲਰ ਪਰਿਵਾਰ ਤੋਂ ਸੀ, ਪੂਅਰ ਪਰਿਵਾਰ ਤੋਂ ਸੀ, ਫਿਜ਼ੀਕਲੀ ਸਪੀਕਿੰਗ, ਯੂ ਨੋ ਮੋਨੀਟਰੀਲੀ ਸਪੀਕਿੰਗ। ਇਹਨਾਂ ਦੇ ਫਾਦਰ ਕਸੂਰ ਵੀ ਮੂਲ ਹੋਏ ਸੀਗੇ, ਉਹ ਵੀ ਇੱਕ ਗੁਣੀ ਗਿਆਨੀ ਬੰਦੇ ਸੀ। ਓਕੇ, ਬਟ ਉਹਨਾਂ ਨੇ ਦੇਖਿਆ ਕਿ ਕਸੂਰ ਵਿੱਚ, ਤੁਹਾਨੂੰ ਪਤਾ ਕਸੂਰ ਆਪਾਂ ਕਿਵੇਂ ਇਨਵੋਕ ਕਰਦੇ ਆ, ਉਹ ਮੈਂ ਜਾਣ ਕੇ ਇਨਵੋਕ ਕਰ ਰਿਹਾ ਕਿਉਂਕਿ ਪੰਜਾਬੀ ਜਿਹੜੇ ਪੋਇਟਰੀ ਸਮਝਦੇ ਨੇ, ਬਾਬਾ ਬੁੱਲੇ ਸ਼ਾਹ ਨੂੰ ਵੀ ਪੜ੍ਹਦੇ ਨੇ, ਹੋਰਾਂ ਨੂੰ ਵੀ ਪੜ੍ਹਦੇ ਨੇ, ਅਸੀਂ ਸਾਰਿਆਂ ਨੂੰ ਸੂਫੀ ਆਖ ਦਿੰਦੇ ਆ। ਦੇਖੋ ਇਹ ਮੇਰੀ ਥਾਂ ਨਹੀਂ ਹੈ ਕਹਿਣਾ ਕਿ ਕੌਣ ਸੂਫੀ ਹੈ ਨਹੀਂ, ਕਿਉਂਕਿ ਅੱਜ ਕੱਲ੍ਹ ਦੇ ਕਈ ਗਾਣ ਵਾਲੇ ਵੀ ਆਪਣੇ ਆਪ ਨੂੰ ਸੂਫੀ ਅਖਾਉਂਦੇ ਆ ਤੇ ਨਾਲ ਨਾਲ ਬੜਾ ਕੁਝ ਹੋਰ ਗੰਦਾ ਤੇ ਅਸ਼ਲੀਲ ਵੀ ਗਾਈ ਜਾਂਦੇ ਨੇ। ਸੋ ਇਹ ਨਹੀਂ ਸੂਫੀ ਹੁੰਦਾ। ਸੂਫੀ ਹੋਣ ਦਾ ਇੱਕ ਅਗੇਨ ਸਿਸਟਮ ਹੈਗਾ ਜੀ, ਉਹਦੇ ਵਿੱਚ ਤੁਸੀਂ ਜੀ ਕਿਵੇਂ ਰਹੇ ਹੋ, ਕੱਲਾ ਗਾ ਕੀ ਰਹੇ ਹੋ ਇਹ ਨਹੀਂ ਆ। ਬਿਲਕੁਲ। ਸੋ ਇਹਨਾਂ ਦੇ ਫਾਦਰ ਇੱਥੋਂ ਮੂਵ ਹੋ ਕੇ ਪਾਕ ਪਤਨ ਵੱਲ ਗਏ ਸੀ। ਅੱਛਾ ਜੀ, ਬਿਕੋਜ਼ ਇਸ ਕਸੂਰ ਵਿੱਚ ਵੀ ਉਹ ਮਾਹੌਲ ਨਹੀਂ ਮਿਲ ਰਿਹਾ ਸੀ, ਐਂਡ ਯੂ ਨੋ ਕਿ এনवायरमेंट ਦਾ ਬੜਾ ਫਰਕ ਪੈਂਦਾ। ਆਫ ਕੋਰਸ। ਸੋ ਉਹਨਾਂ ਨੇ ਉਹ এনवायरमेंट ਵਿੱਚ ਜੀਏ, ਫਿਰ ਉਹਨਾਂ ਨੇ ਟ੍ਰੇਨਿੰਗਸ ਬੜੀਆਂ ਲਈਆਂ, ਐਂਡ ਆਈ ਵਾਂਟ ਟੂ ਸਪੀਕ ਅਬਾਊਟ ਦੈਟ ਲਿਟਲ ਬਿਟ, ਕਿਉਂਕਿ ਸਾਨੂੰ ਵੀ ਕੋਈ ਲੱਗਦਾ ਨਹੀਂ ਜਿਵੇਂ ਅੱਜ ਕੱਲ੍ਹ ਅਸੀਂ ਬਣਿਆ ਹੋਇਆ, ਤੁਸੀਂ ਅੱਜ ਕੱਲ੍ਹ ਦੇ ਮਾਹੌਲ ਨਾਲ ਕੀਤੀ ਕਿ ਯਾਰ ਕੋਈ ਇੱਕ ਚੀਜ਼ ਸੁਣ ਕੇ ਬਦਲ ਜੀਏ, ਜਾਂ ਕੋਈ ਪੁੜੀ ਜੀ ਖਾ ਕੇ ਇੱਕ ਪਾਠ ਸੁਣ ਕੇ, ਜਾਂ ਇੱਕ ਕੁਝ, ਇਟ ਡਜ਼ਨਟ ਵਰਕ ਲਾਈਕ ਦੈਟ। ਐਬਸੋਲੂਟਲੀ। ਸੋ ਟੇਕ ਅਸ ਔਨ ਦਿਸ ਜਰਨੀ ਕਿ ਉਸ ਸਮੇਂ ਦੀ ਰੈਲੇਵੈਂਸ ਤੇ ਅੱਜ ਦੀ ਜਦੋਂ ਅਸੀਂ ਸਿਚੁਏਸ਼ਨ ਨੂੰ ਦੇਖਦੇ ਹਾਂ, ਉਸ ਦੇ ਵਿੱਚ ਕੀ ਕੁਝ ਸਿਮਿਲੈਰਿਟੀਜ਼ ਜਾਂ ਕੀ ਕੁਝ ਸਿੱਖਣਾ ਹੈ ਅਸੀਂ। ਰਾਈਟ। ਸੋ ਪਹਿਲੀ ਗੱਲ ਸਿੱਖਣ ਦੀ ਹੋ ਜੂ ਕਿ ਉਹਨਾਂ ਦਾ ਲਾਰਜਰ ਥੀਮ ਲਵ ਦਾ ਕੀ ਆ, ਜਿਹਨੂੰ ਅਸੀਂ ਦੇਖੋ ਉਹਨਾਂ ਦੇ, ਮੈਂ ਹੁਣ ਇੱਥੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਰਿਸਟ੍ਰਿਕਟ ਕਰਾਂਗਾ, ਹਾਲਾਂਕਿ ਮੈਂ ਕਿਹਾ ਕਿ ਉਹ ਪੰਜਾਬੀ ਲਿਟਰੇਚਰ ਦੇ, ਜਿਹੜਾ ਅਰਲੀ ਪੰਜਾਬੀ ਲਿਟਰੇਚਰ ਸ਼ੁਰੂ ਹੋਇਆ ਜੀ, ਜਿਹਦਾ ਕਦੇ ਵੀ ਸਟੇਟ ਨੇ ਅਡੋਪਟ ਨਹੀਂ ਕੀਤਾ ਪੰਜਾਬੀ ਐਜ਼ ਅ ਲੈਂਗੁਏਜ ਨੂੰ, ਉਹਨਾਂ ਵਿੱਚ ਇਹਨਾਂ ਦਾ ਅਰਲੀ ਕੰਟਰੀਬਿਊਸ਼ਨ ਆ। ਉਸ ਤੋਂ ਬਾਅਦ ਜਿਹੜੀ ਲਾਰਜੈਸਟ ਕੰਟਰੀਬਿਊਸ਼ਨ ਸੀ ਗੁਰੂ ਨਾਨਕ ਸਾਹਿਬ ਦੇ ਦੇਖਦੇ ਹਾਂ, ਜਿਸ ਕਰਕੇ ਪੰਜਾਬੀ ਸਰਵਾਈਵ ਕੀਤੀ ਅੱਜ ਤੱਕ। ਇਟਸ ਦਾ ਓਨਲੀ ਲੈਂਗੁਏਜ ਜਿਹਨੂੰ ਸਟੇਟ ਪੈਟਰਨੇਜ ਨਹੀਂ ਮਿਲੀ। ਸੋ ਉਹਦੇ 'ਚ ਬਾਬਾ ਫਰੀਦ ਜੀ ਦਾ ਅਰਲੀ ਸਪੈਸੀਮੈਨ ਪੰਜਾਬੀ ਦੇ ਸਾਨੂੰ ਮਿਲਦੇ ਨੇ। ਉਹ ਸਪੈਸੀਮੈਨਸ ਵਿੱਚੋਂ 4 ਸਪੈਸੀਮੈਨ, 4 ਸ਼ਬਦ ਜਿਹਨੂੰ ਅਸੀਂ ਆਖਦੇ ਹਾਂ ਸਿੱਖ ਟ੍ਰੈਡੀਸ਼ਨ 'ਚ, ਉਹ ਗੁਰੂ ਗ੍ਰੰਥ ਸਾਹਿਬ 'ਚ ਨੇ ਤੇ 130 ਸਲੋਕ ਨੇ। ਹੁਣ ਜਿਹੜਾ ਉਹਦੇ 'ਚੋਂ ਇੱਕ ਸ਼ਬਦ ਹੈਗਾ, ਮੈਂ ਉਹਦੇ 'ਚ 2 ਗੱਲਾਂ ਹੀ ਕਰਾਂਗਾ, ਕਿਉਂਕਿ ਇਹਦਾ ਨਾ ਸਾਨੂੰ ਉਹਨਾਂ ਦਾ ਮੂਡ, ਉਹਨਾਂ ਦੇ ਇਮੋਸ਼ਨਸ ਤੇ ਉਹਨਾਂ ਦੀ ਫੀਲਿੰਗਸ ਦਾ ਪਤਾ ਲੱਗਦਾ। ਇਵੈਂਚੁਅਲੀ ਦੇਖੋ ਹਿਊਮਨ ਸਾਈਕੀ ਇਹਨਾਂ ਚੀਜ਼ਾਂ ਨਾਲ ਜੁੜੀ ਹੋਈ ਆ, ਕੇਓਸ ਵਿੱਚ ਵੀ ਇਹੀ ਚੀਜ਼ਾਂ ਹੀ ਹੈਲਪ ਕਰਦੀਆਂ ਨੇ। ਸੋ ਉਹਨਾਂ ਦੇ ਜਿਹੜੇ 4 ਸ਼ਬਦ ਨੇ, 2 ਸ਼ਬਦ ਰਾਗ ਆਸਾ ਦੇ ਨੇ ਤੇ 2 ਰਾਗ ਸੂਹੀ ਦੇ ਨੇ ਜੀ। ਸੋ ਮੈਂ ਉਹਦੇ 'ਚ ਆਸਾ ਰਾਗ ਵਾਲੇ ਦੀ ਇੱਕ ਸ਼ਬਦ ਦੀ ਗੱਲ ਕਰਾਂ, ਵਿਚ ਇਜ਼ ਵਨ ਆਫ ਦਾ ਵਨਸ ਵਿਚ ਆਮ ਸ਼ੋਰ ਬੜਾ ਫੈਮੀਲੀਅਰ ਆ ਸਾਰਿਆਂ ਨੂੰ। ਉਹ ਹੈਗਾ ਦਿਲੋਂ ਮੁਹੱਬਤ ਜਿੰਨ
ਸਹੀ ਸੱਚੇ ਆ। ਠੀਕ। ਆਪਾਂ ਅੱਜ ਕੱਲ੍ਹ ਰੌਲਾ ਪਾਇਆ ਹੋਇਆ ਕਿ ਸੱਚਾ ਕੌਣ ਆ। ਕਹਿੰਦੇ ਕਹਿਣ ਨੂੰ ਤਾਂ ਸਾਰੇ ਮੁਹੱਬਤ ਕਰਦੇ ਨੇ, ਰਾਈਟ, ਬਟ ਦਿਲੋਂ ਕੌਣ ਕਰ ਰਿਹਾ। ਹੁਣ ਦਿਸ ਇਜ਼ ਵੇਅਰ ਸਾਡੀ ਜਿਹੜੀ ਡਾਇਕੋਟਮੀ ਜਾਂ ਸਾਡੀਆਂ ਔਨਤਾਈਆਂ ਤੇ ਸਾਡੀਆਂ ਪ੍ਰੋਬਲਮਸ ਫਸੀਆਂ ਨੇ ਅੱਜ ਵੀ। ਬਿਕੋਜ਼ ਅੱਜ ਵੀ ਆਪਾਂ ਦੇਖ ਰਹੇ ਹਾਂ ਪਿਆਰ ਦੀਆਂ ਗੱਲਾਂ ਕਰ ਤਾਂ ਸਾਰੇ ਰਹੇ ਨੇ। ਤੁਸੀਂ ਵੀ ਅਰਲੀਅਰ ਕੁਐਸਚਨ ਕੀਤਾ ਸੀ ਨਾ ਕਿ ਆਈਡੀਆ ਰੈਲੇਵੈਂਟ ਕਿਵੇਂ ਨੇ। ਦੇਖੋ ਗੱਲ ਕਰਨੀ ਨਹੀਂ ਇਨਫ ਹੁੰਦੀ। ਬਿਲਕੁਲ। ਉਹ ਕਿਉਂਕਿ ਅਗਲੀ ਲਾਈਨ 'ਚ ਉਹਨਾਂ ਨੇ ਫਿਰ ਦੱਸਤਾ ਕਿ ਖੜੇ ਕਿੱਥੇ ਹਾਂ ਅਸੀਂ। ਉਹ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਹੁਣ ਦਿਸ ਇਜ਼ ਦ ਪਾਰਟ ਟੂ ਬੀ ਅੰਡਰਸਟੂਡ ਵੇਅਰ ਆਈ ਲਾਈਕ ਟੂ ਡਵੈਲ ਔਨ। ਪਹਿਲਾ ਤਾਂ ਸਟੇਟਮੈਂਟ ਆ ਜੀ। ਕਹਿੰਦੇ ਜਿਹੜੇ ਮੂੰਹ ਤੋਂ ਕੁਝ ਹੋਰ ਬੋਲ ਰਹੇ ਨੇ, ਮਤਲਬ ਮੂੰਹ ਕੀ ਬੋਲਦਾ ਜੋ ਦਿਮਾਗ ਸੋਚ ਰਿਹਾ, ਤੇ ਦਿਮਾਗ ਮਾਰਦਾ ਚਲਾਕੀਆਂ। ਮਤਲਬ ਅਸੀਂ ਡਿਕਲੇਅਰ ਕਰ ਰਹੇ ਹਾਂ ਕੁਝ ਪਬਲਿਕਲੀ, ਜਿਨ ਮਨ ਹੋਰ ਮੁਖ ਹੋਰ, ਮਾਈਂਡ ਕੁਝ ਹੋਰ ਸੋਚ ਰਿਹਾ ਹੈ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਚਲਾਕੀ ਮਾਰਨੀ ਹੋਵੇ ਸੋਚ ਕੁਝ ਹੋਰ ਰਿਹਾ ਵਾਂਗਾ, ਬੋਲ ਕੁਝ ਹੋਰ ਰਿਹਾ ਵਾਂਗਾ। ਵੀ ਆਲ ਡੂ ਦਿਸ, ਵੀ ਪਲੇ ਥੀਸ ਗੇਮਸ। ਕਹਿੰਦੇ ਜਿਹੜੇ ਇਹ ਨੇ ਇਹ ਮਾੜੇ ਫੇਰ ਵੀ ਨਹੀਂ। ਦੇਖੋ ਆਪਾਂ ਕੰਡੈਮ ਕਰਨਾ ਸ਼ੁਰੂ ਕਰ ਦਿੰਦੇ ਹਾਂ, ਇਹ ਆ ਸਵੀਟਨੈਸ। ਕਹਿੰਦੇ ਨਹੀਂ ਨਹੀਂ, ਮਾੜੇ ਫੇਰ ਵੀ ਨਹੀਂ, ਕਿ ਕਾਂਡੇ ਕੱਚੇ ਆ। ਇਹ ਕੱਚੇ ਨੇ, ਅਜੇ ਇਮੈਚੋਰ ਨੇ, ਅਜੇ ਦੇਰ ਇਜ਼ ਅ ਰੂਮ ਟੂ ਗਰੋ। ਸੋ ਉਹ ਗਰੋ ਕੀ ਕਰਨਾ ਕਿ ਜੋ ਅਸੀਂ ਬੋਲਦੇ ਹਾਂ ਤੇ ਜੋ ਕਰਦੇ ਹਾਂ ਉਹ ਗੈਪ ਖਤਮ ਕਰੀਏ। ਇਹ ਜਿਹੜੀ ਇੱਕ ਗੈਪ ਆ ਇਹ ਸਾਡਾ ਸਾਰਿਆਂ 'ਚ ਆ। ਐਂਡ ਇਹ ਗੈਪ ਨੂੰ ਦੇਖੋ ਕਿਹੜੇ ਵੱਡੇ ਤਰੀਕੇ ਨਾਲ ਉਹਨਾਂ ਨੇ ਪ੍ਰੈਜ਼ੈਂਟ ਕੀਤਾ। ਕਹਿੰਦਾ ਜਿਹੜਾ ਇਹ ਗੈਪ ਕਲੀਅਰ ਕਰ ਲੂ ਆਪਣੇ ਲਈ, ਬੰਦਾ ਜਨਾਨੀ ਬੱਚਾ ਬੁੱਢਾ ਡਜ਼ਨਟ ਮੈਟਰ, ਇਟਸ ਸੇਮ ਜੀ। ਉਹ ਕੀ ਕਰ ਲੂ? ਕਹਿੰਦੇ ਉਹ ਦੇਖਣਗੇ ਰੰਗ ਦੀਦਾਰ ਕੇ। ਕਹਿੰਦੇ ਉਹਨਾਂ ਨੂੰ ਅੱਲਾ ਖੁਦਾ ਰੱਬ ਐਕਚੁਅਲੀ ਦਿਖੂਗਾ। ਸਾਨੂੰ ਆਪਾਂ ਕਹਿੰਦੇ ਸਾਨੂੰ ਨਹੀਂ ਦਿਖ ਰਿਹਾ, ਫਿਰ ਆਪਾਂ ਬਹਿਸਾਂ 'ਚ ਪੈਂਦੇ ਹਾਂ, ਕੋਈ ਪ੍ਰੂਵ ਕਰਨ ਲੱਗਿਆ ਹੋਇਆ ਗੋਡ ਹੈ ਕੋਈ ਨਹੀਂ ਆ। ਫਿਰ ਮੈਂ ਵੀ ਗੋਡ ਡਿਲੂਸ਼ਨ ਪੜ੍ਹੀ ਆ, ਫਿਰ ਲੋਕੀ ਉਹਦੇ ਖਿਲਾਫ ਲਿਖੀ ਜਾਂਦੇ ਨੇ ਏਥੀਇਜ਼ਮ ਵਰਸਸ ਰਿਲੀਜੀਓਸਿਟੀ। ਦੇਖੋ ਇਹ ਸਾਰੇ ਹੈ ਤਾਂ ਇਜ਼ਮਸ ਹੀ ਨਾ ਐਟ ਦੀ ਐਂਡ ਆਫ ਦ ਡੇ। ਇਸ਼ੂ ਇਹ ਨਹੀਂ ਹੈਗਾ ਕਿ ਕੁਛ ਧਰਮ ਹੈ ਜਾਂ ਨਹੀਂ ਆ। ਮੈਂ ਜਾਣ ਕੇ ਗੱਲ ਇੱਥੇ ਕਰ ਰਿਹਾ। ਬਾਬਾ ਫਰੀਦ ਜੀ ਇੰਨਾ ਕਲੀਅਰਲੀ ਤੇ ਇੰਨਾ ਸਿੰਪਲਿਸਟਿਕਲੀ ਇਨ ਸੱਚ ਅ ਫੋਕਸੀ ਵੇ ਹੀ ਇਜ਼ ਟੈਲਿੰਗ ਅਸ, ਕਿਉਂਕਿ ਅਸੀਂ ਉਹਦੇ ਨਾਲ ਰਿਲੇਟ ਕਰ ਸਕਦੇ ਹਾਂ। ਯਾਰ ਗੱਲ ਇੱਥੇ ਖੜੀ ਹੈ, ਸਾਨੂੰ ਕੁਛ ਨਹੀਂ ਦਿਖੂਗਾ ਰੱਬ ਵਗੈਰਾ ਜਾਂ ਜੋ ਵੀ ਤੁਹਾਡਾ ਆਈਡੀਆ ਆਫ ਸਪਿਰਿਚੁਅਲਿਟੀ ਹੈਗਾ ਜਾਂ ਡਿਵਾਈਨ ਫੋਰਸ ਹੈਗਾ। ਕਹਿੰਦੇ ਇੱਕ ਓਂਕਾਰ ਜਿਹਨੂੰ ਅਸੀਂ ਸਿੱਖ ਨਜ਼ਰੀਏ ਤੋਂ ਕਹਿੰਦੇ ਆ, ਉਹ ਤਾਂ ਦਿਖੂਗਾ ਜੋ ਤੁਸੀਂ ਬੋਲਦੇ ਹੋ ਕਰਦੇ ਹੋ। ਉਹਦਾ ਗੈਪ ਖਤਮ ਕਰੋ। ਕੱਲੀਆਂ ਡੈਕਲੇਰੇਸ਼ਨਸ ਨਾ ਕਰੀ ਜਾਓ ਆਈ ਲਵ ਯੂ ਵਾਲੀਆਂ। ਭਾਵੇਂ ਤੁਸੀਂ ਉਹ ਆਪਣੇ ਕਿਸੇ ਹਿਊਮਨ ਰਿਲੇਸ਼ਨਸ਼ਿਪ 'ਚ ਬੋਲਦੇ ਹੋ ਤੇ ਭਾਵੇਂ ਤੁਸੀਂ ਉਹ ਡਿਵਾਈਨ ਨੂੰ ਬੋਲਦੇ ਹੋ। ਬਿਲਕੁਲ ਬਿਲਕੁਲ ਜੀ, ਬਹੁਤ ਇੰਪੋਰਟੈਂਟ ਹੈਗਾ। ਅਤੇ ਅੱਜ ਦੀ ਡਿਕੋਟੋਮੀ ਜਿਹੜੀ ਤੁਸੀਂ ਗੱਲ ਕੀਤੀ ਇਹੀ ਹੈਗੀ ਹੈ ਕਿ ਮਨ ਵਿੱਚ ਕੁਝ ਹੋਰ ਹੈ, ਜ਼ੁਬਾਨ 'ਤੇ ਕੁਝ ਹੋਰ ਹੈਗਾ। ਅਤੇ ਬਾਬਾ ਫਰੀਦ ਨੇ ਉਸ ਸਮੇਂ ਜਿਹੜੀ ਇਹ ਗੱਲ ਕਹੀ, ਇਸ ਨੂੰ ਅਡੋਪਟ ਕਰਨਾ ਇਸ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਐਂਡ ਦ ਬੈਸਟ ਪਾਰਟ ਇਜ਼ ਜਿਹੜੀ ਤੁਸੀਂ ਗੱਲ ਕੀਤੀ ਕਿ ਅੱਜ ਕੰਡੈਮਨੇਸ਼ਨ ਜਿਹੜੀ ਸ਼ੁਰੂ ਹੋ ਜਾਂਦੀ ਹੈ, ਇਹ ਇਸ ਤੋਂ ਜਿੰਨਾ ਅਸੀਂ ਗੁਰੇਜ਼ ਕਰਾਂਗੇ ਉਨਾ ਹੀ ਬਿਹਤਰ ਹੈ। ਹਾਂ, ਇਮੈਚਿਓਰਿਟੀ ਤੋਂ ਮੈਚਿਓਰਿਟੀ ਵੱਲ ਜਿਹੜਾ ਚੱਲਣਾ ਇਹ ਸਫ਼ਰ ਹੈਗਾ ਐਂਡ ਇਟ ਟੇਕਸ ਟਾਈਮ, ਬਟ ਗ੍ਰੈਜੂਅਲੀ ਇਫ ਯੂ ਆਰ ਬੈਂਟ ਅਪੋਨ ਰੀਚਿੰਗ ਟੂ ਯਰ ਡੈਸਟੀਨੇਸ਼ਨ ਯੂ ਕੈਨ ਰੀਚ ਦੇਅਰ। ਪ੍ਰੋਬੇਬਲੀ ਵੈਨ ਵੀ ਸਟਾਰਟ ਡਵੈਲਿੰਗ ਇਨ ਟੂ ਡੁਐਲਿਟੀਜ਼, ਉੱਥੇ ਪ੍ਰੋਬਲਮ ਆ ਜਾਂਦੀ ਹੈ। ਯੈਸ, ਮੈਂ ਉਹਦੇ ਵੱਲ ਜਾਵਾਂਗਾ ਕਿ ਅਸੀਂ ਕੀ ਕਰਾਂਗੇ। ਅਜੇ ਮੈਂ ਥਾਟ ਵੱਲ ਹੀ ਰਹਾਂਗਾ, ਕਿਉਂਕਿ ਇਟਸ ਨਾਟ ਫॉर एवरीवन ਜੀ। ਆਪਾਂ ਇਹ ਵੀ ਨਾ ਕਿਹਾ ਕਰੀਏ ਇਹ ਜਿਹਨੇ ਕਰਨਾ ਕਰ ਹੀ ਲੈਣਾ, ਉਹ ਡਿਫਰੈਂਟ ਕਿਸਮ ਦੇ ਨੇ। ਆਪਾਂ ਉਹਦੀ ਵੀ ਗੱਲ ਕਰਾਂਗੇ ਥੋੜ੍ਹੀ ਜਿਹੀ, ਬਟ ਮੈਂ ਇੱਕ ਸ਼ਬਦ ਹੋਰ ਇੱਥੇ ਪਿਕ ਕਰਦਾ ਕਿਉਂਕਿ ਮੈਂ 4 ਦੱਸੇ ਸੀ। ਇੱਕ ਸੂਹੀ 'ਚ ਹੈਗਾ, ਇੱਕ ਸੂਹੀ ਲਲਿਤ 'ਚ ਐਕਚੁਅਲੀ ਗੁਰੂ ਗ੍ਰੰਥ ਸਾਹਿਬ 'ਚ। ਉੱਥੇ ਉਹਨਾਂ ਨੇ ਵਰਡ ਢੋਲਾ ਵੀ ਯੂਜ਼ ਕੀਤਾ। ਹੁਣ ਇਹ ਸੂਹੀ ਰਾਗ ਕੀ ਹੁੰਦਾ? ਸੂਹੀ ਹੁੰਦਾ ਸੂਹਾ ਵੇਸ ਕਰੀ ਡੀਪ ਕ੍ਰਿਮਜ਼ਨ ਰੈਡ। ਉਹ ਇੱਕ ਸਿੰਬਲਿਜ਼ਮ ਅੱਜ ਕੱਲ੍ਹ ਅਸੀਂ ਜੋ ਮਰਜ਼ੀ ਬਣਾ ਲਈਏ ਬਾਈ ਗੈਟਿੰਗ ਕਾਟ ਅਪ ਇਨ ਰਿਲੀਜੀਅਸ ਪ੍ਰੋਟੋਕੋਲ, ਇਹ ਯੂਨੀਵਰਸਲ ਸਿੰਬਲਿਜ਼ਮ ਹੈਗਾ। ਇਹ ਡੇਂਜਰਸ ਵੀ ਹੁੰਦਾ, ਬਟ ਇਹ ਬੜਾ ਫਿਲਡ ਵਿਦ ਲਵ ਵਾਲਾ ਸਿੰਬਲਿਜ਼ਮ ਆ। ਤੇ ਢੋਲਾ ਵਰਡ ਪੰਜਾਬੀ ਦਾ ਅਸੀਂ ਆਪਣੇ ਬਿਲਵਡ ਨੂੰ ਆਖਦੇ ਹਾਂ, ਭਾਵੇਂ ਹਿਊਮਨ ਰਿਲੇਸ਼ਨਸ਼ਿਪ ਹੋਵੇ। ਅੱਜ ਦੀਆਂ ਬੋਲੀਆਂ ਵੀ ਸੁਣ ਲਿਓ ਤੇ ਪੁਰਾਣੀਆਂ ਵੀ, ਤੇ ਇਹਨਾਂ ਨੇ ਵੀ ਯੂਜ਼ ਕੀਤਾ, ਯੂਟੀਲਾਈਜ਼। ਗੁਰੂ ਗ੍ਰੰਥ ਸਾਹਿਬ 'ਚ ਹੋਰ ਗੁਰੂ ਸਾਹਿਬਾਨ ਨੇ ਵੀ ਯੂਜ਼ ਕੀਤਾ ਇਹ ਵਰਡ ਕਿ ਤੁਸੀਂ ਢੋਲਾ ਜੇ ਮਿਲਣਾ, ਆਰ ਯੂ ਡਰੈਂਚਡ ਇਨ ਲਵ। ਇਹ ਗੱਲ ਦੱਸੀ ਜਾ ਰਹੀ ਹੈ, ਇਹ ਸੂਹੀ ਲਲਿਤ 'ਚ ਆ ਰਿਹਾ ਦੇਖੋ ਜੀ। ਸੋ ਇਹ ਜਿਹੜੇ ਦੋ ਆਈਡੀਆ, ਅਗੇਨ ਆਈਡੀਆ ਇੱਕੋ ਹੀ ਹੈ ਲਵ ਦਾ। ਉਹਨੂੰ ਅਸੀਂ ਜਿੰਨਾ ਮਰਜ਼ੀ ਐਬਸਟਰੈਕਟ ਬਣਾ ਲਈਏ, ਜਿਹੜਾ ਉਹ ਨਹੀਂ ਕਰ ਰਹੇ। ਐਂਡ ਇਹ ਗੱਲ ਬਹੁਤ ਸਮਝਣ ਵਾਲੀ ਹੈ, ਲਵ ਐਬਸਟਰੈਕਸ਼ਨ ਨਹੀਂ ਹੈ, ਅਸੀਂ ਕਰੀ ਜਾ ਰਹੇ ਹਾਂ ਉਹਨੂੰ। ਲਵ ਇੱਕ ਡੈਕਲੇਰੇਸ਼ਨ ਵੀ ਨਹੀਂ ਹੈ ਇਕੱਲੀ, ਬਟ ਉਹ ਇੱਕ ਐਲੀਮੈਂਟ ਆ ਜੀ। ਐਕਚੁਅਲੀ ਇਹ ਵਰਬ ਨਾਲਾ ਜਿਹੜਾ ਪਾਰਟ ਆ ਕਿ ਬੰਦਾ ਕਰਦਾ ਕੀ ਆ ਫਿਰ। ਜਿਹਨੇ ਅੱਲਾ ਨੂੰ ਦੇਖਣਾ ਢੋਲੇ ਵਾਂਗੂ। ਇੱਕ ਤਾਂ ਨਾ ਅੱਲਾ ਜਿਹੜਾ ਅਸੀਂ ਕਹਦਾ ਸੁਪਰੀਮ ਪਾਵਰ, ਦੇਖੋ ਪਾਵਰ ਘਰ 'ਚ ਵੀ ਹੋਵੇ ਬੰਦਾ ਡਰਦਾ ਹੀ ਰਹਿ ਜਾਂਦਾ। ਜੇ ਤੁਹਾਡਾ ਉਹ ਬਿਲਵਡ ਫਿਗਰ ਹੋਵੇ ਫਿਰ ਤੁਸੀਂ ਉਹਦੇ ਨੇੜੇ ਜਾਂਦੇ ਹੋ। ਸੋ ਇਹ ਜਿਹੜਾ ਇੱਕ ਲਵ ਦੇ ਆਈਡੀਆ ਨੂੰ ਉਹਨਾਂ ਨੇ ਦਿਲੋਂ ਕਿਵੇਂ ਕਰਨਾ, ਆਪਣੇ ਮਨ ਤੇ ਮੁੱਖ ਵਿੱਚ ਜਿਹੜਾ ਫਰਕ ਹੈਗਾ ਉਹ ਕਿਵੇਂ ਘਟਾਉਣਾ, ਤੇ ਢੋਲੇ ਵਾਂਗੂ ਕਿਵੇਂ ਦੇਖਣਾ ਇੱਕ ਹਾਈਐਸਟ ਸਪਿਰਿਚੁਅਲ ਡਿਵਾਈਨ ਫੋਰਸ ਨੂੰ,
ਇਹ ਬੜਾ ਜ਼ਬਰਦਸਤ ਉਹਨਾਂ ਦੇ ਸ਼ਬਦਾਂ 'ਚ ਆਇਆ। ਐਂਡ ਦਿਸ ਇਜ਼ ਸਮਥਿੰਗ ਐਂਡ ਯੂ ਵਿਲ ਨੋਟਿਸ ਦੇ ਜਦੋਂ ਸ਼ਲੋਕਾਂ ਵਿੱਚ ਇਹ ਗੱਲ ਕਰਦੇ ਨੇ ਨਾ 130 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਫਰੀਦ ਜੀ ਦੇ ਜੀ, ਤੇ ਉਹਦੇ ਬਾਰੇ ਵੀ ਬੜੀਆਂ ਲੋਕਾਂ ਦੇ ਰਾਵਾਂ ਨੇ। ਮੈਂ ਉੱਧਰ ਨਹੀਂ ਜਾਣਾ ਚਾਹੁੰਦਾ ਕਿਉਂਕਿ ਆਪਣਾ ਵਿਸ਼ਾ ਨਹੀਂ, ਉਹ ਇੱਕ ਸਕਾਲਰਲੀ ਡਿਬੇਟ ਹੁੰਦੀ ਹੈ, ਉੱਥੇ ਕਰਨੀ ਚਾਹੀਦੀ ਹੈ, ਯੂ ਨੋ। ਬਟ ਉਹ ਜਿਹੜੇ 130 ਸ਼ਲੋਕ ਨੇ ਉਹਦੇ 'ਚ ਹੁਣ ਕੀ ਹੈ, ਲਾਈਕ ਵਨ ਆਫ ਮਾਈ ਫੇਵਰੇਟ ਸ਼ਲੋਕਸ ਇਜ਼, ਕਿਉਂਕਿ ਅੱਜ ਕੱਲ੍ਹ ਦੇਖੋ ਕਿੰਨੀਆਂ ਹੜ੍ਹਾਂ ਆਈਆਂ ਹੋਈਆਂ ਹੈ ਨਾ, ਪੰਜਾਬ ਇਜ਼ ਔਨ ਆਰ ਮਾਈਂਡ, ਤੇ ਐਜ਼ ਆਈ ਮੈਂਸ਼ਨਡ ਕਿ ਉਹ ਪੰਜਾਬ ਦੇ ਹੀ ਸੀ, ਪੰਜਾਬੀ ਲਿਟਰੇਚਰ ਪੰਜਾਬੀ ਕਲਚਰ ਤੋਂ ਗੱਲਾਂ ਕਰ ਰਹੇ ਨੇ ਜੀ। ਤੇ ਉੱਥੇ ਜਿਹੜਾ ਸ਼ਲੋਕ ਯੂ ਨੋ ਉਹ ਕਹਿੰਦੇ ਨੇ ਭਿੱਜੋਂ ਸਿੱਜੋਂ ਕੰਬਲੀ ਅੱਲਾਹ ਵਰਸੇ ਮੇ ਹੋ, ਇਹ ਸਟੇਟਮੈਂਟ ਆ। ਆਪਾਂ ਨਾ ਸਟੇਟਮੈਂਟ ਬਾਰੇ ਬਹੁਤ ਕਰਦੇ ਹਾਂ ਵਿਸ਼ਲੇਸ਼ਣ। ਦੇਖੋ ਵੈਦਰਮੈਨ ਵੀ ਤੁਹਾਨੂੰ ਦੱਸ ਰਿਹਾ ਅੱਜ ਕੱਲ੍ਹ, weather.com ਵੀ ਤੁਹਾਨੂੰ ਦੱਸ ਰਹੀ ਹੈ, ਉਹ ਤਾਂ ਇੱਕ ਸਟੇਟਮੈਂਟ ਨੇ ਜੀ। ਉਹ ਕਹਿੰਦੇ ਦੇਖੋ ਜੀ ਮੀਂਹ ਪੈ ਰਿਹਾ, ਸਾਨੂੰ ਵੀ ਪਤਾ ਪੈ ਰਿਹਾ, ਕਿੰਨਾ ਜ਼ਿਆਦਾ ਘੱਟ, ਅਸੀਂ ਇੱਥੇ ਹੀ ਫਸੇ ਰਹਿੰਦੇ ਹਾਂ। ਹੁਣ ਲੁੱਕ ਵਾਟ ਹੀ ਇਜ਼ ਸੇਇੰਗ, ਕਹਿੰਦਾ ਮੇਰੀ ਵੀ ਕੰਬਲੀ ਭਿੱਜ ਗਈ, ਸਿੱਜ ਗਈ, ਆਮ ਡਰੈਂਚਡ ਇਨ ਇਟ, ਯੂ ਨੋ। ਮਤਲਬ ਕੰਬਲੀ ਵੀ ਉਹ ਕਿ ਮੇਰੇ ਕੋਲ ਤਾਂ ਕੋਈ ਚੰਗੀ ਰੇਨ ਜੈਕਟ ਵੀ ਨਹੀਂ, ਇਹਦਾ ਇਹ ਮਤਲਬ ਹੋਇਆ। ਸੂਫੀ ਜਿਹੜਾ ਵਰਡ ਆਇਆ ਨਾ, ਸੂਫੀ ਸੂਫ ਤੋਂ ਆਇਆ ਜੀ। ਉਹ ਕੰਬਲੀ ਜਿਹੜੀ ਫਟਾ ਜਾ ਤੁਸੀਂ ਕਹੋ ਇੱਕ ਕਾੜਾ ਜੇ ਰੰਗ ਦਾ ਹੁੰਦਾ ਸੀ, ਭੂਰੇ ਜੇ ਰੰਗ ਦਾ, ਤੇ ਪੂਰਾ ਪ੍ਰੋਪਰ ਵੀ ਨਾ ਹੋਣਾ, ਮਤਲਬ ਆਈ ਡੋਂਟ ਈਵਨ ਹੈਵ ਦਾ ਪ੍ਰੋਪਰ ਗੇਅਰ, ਵੀਲ ਕਾਲ ਇਟ ਟੁਡੇ। ਕਹਿੰਦੇ ਉਹ ਵੀ ਪੂਰਾ ਡਰੰਚ ਹੋ ਗਿਆ। ਅੱਲਾਹ ਵਰਸੇ ਮੇ ਹੋ, ਬਟ ਅੱਲਾਹ ਮੀਂਹ ਵਰਸਾਈ ਜਾ ਰਿਹਾ, ਇਹ ਤਾਂ ਉਹਦੀ ਮਰਜ਼ੀ ਆ ਜੀ। ਮੈਂ ਕੀ ਕਰਨਾ, ਜਾਏ ਮਿਲਾਂ ਤੇ ਨਾ ਸੱਜਣਾ ਟੁੱਟੇ ਨਾ ਹੀ ਨੇ ਹੋ। ਕਹਿੰਦੇ ਜਿੱਥੇ ਮੈਂ ਪਿਆਰ ਦਾ ਕਮਿਟਮੈਂਟ, ਡਿਵੈਲਪਮੈਂਟ, ਨੇੜਤਾ, ਇਹ ਸਾਡੇ ਵਰਡ ਨੇ, ਮੈਂ ਇਹਦੇ ਵੱਲ ਨਹੀਂ ਜਾਣਾ ਚਾਹੁੰਦਾ, ਬਟ ਸਿਰਫ ਐਕਸਪਲੇਨ ਲਈ ਕਰ ਰਿਹਾ। ਕਹਿੰਦੇ ਜਿੱਥੇ ਵੀ ਤੁਹਾਡਾ ਪਿਆਰ ਹੈ, ਹੁਣ ਉੱਥੇ ਉਹ ਕੋਈ ਕੁਆਲੀਫਾਈ ਨਹੀਂ ਸਾਨੂੰ ਕਰਨਾ ਚਾਹੀਦਾ, ਕਿਉਂਕਿ ਪਿਆਰ ਨੂੰ ਜਦ ਅਸੀਂ ਡਾਇਸੈਕਟ ਕਰਦੇ ਨੇ, ਐਨਾਲਾਈਜ਼ ਕਰਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ, ਦੈਟਸ ਦਾ ਪ੍ਰੋਬਲਮ। ਇਹਦਾ ਮੁਲਾਂਕਣ ਕਰੋ, ਕਿਉਂ ਕਰੀ ਜਾਂਦੇ ਹਰ ਚੀਜ਼ ਦਾ, ਇਹਨੂੰ ਇਕੱਠਾ ਕਰੋ ਨਾ, ਕਿ ਜਿੱਥੇ ਵੀ ਜਿਹਦਾ ਪਿਆਰ ਆ, ਕਹਿੰਦੇ ਉੱਥੇ ਜ਼ਰੂਰ ਚਲੇ ਜੇ, ਉਹ ਨਹੀਂ ਟੁੱਟਣਾ ਚਾਹੀਦਾ। ਵਰਲਡ ਵਿੱਚ ਕੀ ਹੋ ਰਿਹਾ, ਵੈਦਰ ਵਿੱਚ ਕੀ ਹੋ ਰਿਹਾ, ਸਾਡੇ ਮਾਹੌਲ ਦੇ ਵਿੱਚ ਕੀ ਹੋ ਰਿਹਾ, ਜਾਂ ਮੇਰਾ ਤਾਪਮਾਨ ਕੀ ਖੜਿਆ ਹੋਇਆ ਅੱਜ, ਉਹ ਜੋ ਮਰਜ਼ੀ ਹੋਵੇ, ਉਹ ਤਾਂ ਇੱਕ ਜਿਹਨੂੰ ਕਹਿੰਦੇ ਅਸੀਂ ਹੁਕਮ ਆ, ਉਹ ਤਾਂ ਅੱਲਾ ਕਰਾ ਰਿਹਾ। ਬਟ ਕੀ ਮੈਂ ਫੇਰ ਵੀ ਜਿੱਥੇ ਮੇਰਾ ਪਿਆਰ ਆ ਉੱਥੇ ਜਾਵਾਂਗਾ ਜਾਂ ਜਾ ਰਿਹਾ? ਇਹੋ ਜਿਹਾ ਵੈਦਰ ਹੋਣ ਦੇ ਬਾਵਜੂਦ ਵੀ ਉਹ ਨਹੀਂ ਟੁੱਟਣਾ ਚਾਹੀਦਾ। And this is the part which this is the essence, absolutely. ਇਹ essence, ਇਹ life ਆ, actual life ਇਹ ਆ। This is love with capital L. ਰਾਈਟ। ਇਹ ਜਿਹੜੀ ਸਾਰੀ ਸੋਚ ਹੈ ਬੜੀ ਵਿਕਸਿਤ ਸੋਚ ਹੈਗੀ ਹੈ, ਬੜੀ ਗਰਾਊਂਡ ਬ੍ਰੇਕਿੰਗ ਥਾਟਸ, ਇਹ ਕੈਟਲਿਸਟਿਕ ਚੇਂਜ ਜਿਹੜਾ ਹੈ ਬਾਬਾ ਫਰੀਦ ਨੇ ਆਪਣੀ ਕਲਚਰ ਦੇ ਨਾਲ ਜੁੜ ਕੇ ਸਾਨੂੰ ਦੱਸਿਆ ਤੇ ਆਪਣੇ ਵਿੱਚ ਪਰਿਵਰਤਨ ਲਿਆਉਣ ਦੀ ਗੱਲ ਕੀਤੀ। ਸੋ ਅੱਜ ਦਾ ਜਿਹੜਾ ਮਾਹੌਲ ਹੈ, ਲੈਟਸ ਟੱਚ ਅ ਲਿਟਲ ਬਿਟ ਅਬਾਊਟ ਦੈਟ, ਕਿ ਉਸ ਦੀ ਰੈਲੇਵੈਂਸ ਦੀ ਜਿੱਥੇ ਅਸੀਂ ਗੱਲ ਕਰ ਰਹੇ ਹਾਂ, ਅਡੋਪਸ਼ਨ ਦੀ ਗੱਲ ਕਰ ਰਹੇ ਹੈਗੇ ਹਾਂ, ਤੁਸੀਂ ਕੀ ਸਮਝ ਰਹੇ ਹੋ ਕਿ ਕਿੱਥੇ ਹੋਰ ਸਾਨੂੰ ਕੰਮ ਕਰਨ ਦੀ ਲੋੜ ਹੈ? ਦੇਖੋ ਤੁਸੀਂ ਅਰਲੀਅਰ ਵੀ ਇਹ ਸਵਾਲ ਉਠਾਇਆ ਸੀ ਕਿ ਰਿਲੀਜੀਓਸਿਟੀ ਦੇ ਬਾਰੇ, ਮੈਂ ਉਹਦੇ ਨਾਲ ਇਹਨੂੰ ਜੋੜ ਦਿੰਦਾ। ਹੁਣ ਨੋਇੰਗ ਦਿਸ ਇੰਡੀਵਿਜੂਅਲ, ਹੁਣ ਇੱਥੇ ਮੈਂ ਉਹਨਾਂ ਦੀ ਨਾ ਰਿਲੀਜੀਅਸ ਗੱਲ ਕਰਾਂਗਾ ਜੀ, ਕਿਉਂਕਿ ਕੱਲੀ ਰਿਲੀਜੀਅਸ ਕਰਕੇ ਗੱਲ ਪਤਾ ਨਹੀਂ ਲੱਗਦੀ। ਤੁਸੀਂ ਸੁਣੀਆਂ ਹੋਣੀਆਂ ਨੁਸਰਤ ਦੀ ਕਵਾਲੀਆਂ ਵੀ, ਬੜੀ ਪਪੂਲਰ ਕਵਾਲੀ ਦੀ ਇੱਕ ਲਾਈਨ ਆ, ਅੱਲਾ ਮੁਹੰਮਦ ਚਾਰ ਯਾਰ ਹਾਜੀ ਖਵਾਜਾ ਕੁਤੁਬ ਫਰੀਦ। ਹੁਣ ਇਹਨੂੰ ਸਮਝਣਾ ਪੈਣਾ, ਇਹ ਲਾਈਨ ਸਮਝੀ ਨਹੀਂ ਲੋਕਾਂ ਨੇ। ਦੇਖੋ ਇਸਲਾਮ ਦੀ ਗੱਲ ਆ ਇਹ, ਕਿ ਇਸਲਾਮ ਦੇ ਵਿੱਚ ਅੱਲਾ ਸੀ, ਅੱਲਾ ਤੋਂ ਪ੍ਰੋਫਿਟ ਮੁਹੰਮਦ ਹਜ਼ਰਤ ਮੁਹੰਮਦ ਸਾਹਿਬ ਆਏ, ਉਹਨਾਂ ਤੋਂ ਬਾਅਦ ਚਾਰ ਯਾਰ, ਚਾਰ ਖਲੀਫੇ ਉਹਨਾਂ ਦੇ, ਜਿਨ੍ਹਾਂ ਚੋਂ ਅਲੀ ਇੱਕ ਉਹਨਾਂ ਦਾ ਸਨ ਇਨ ਲਾਅ ਸੀ, ਉਹ ਵੀ ਸੀ। ਉਸ ਤੋਂ ਬਾਅਦ ਫਿਰ ਚਾਰ ਨਾਂ ਹੋਰ ਮੈਂਸ਼ਨ ਕੀਤੇ ਜਿਹੜੇ ਉਹ ਟਾਈਟਲ ਨੇ। ਹਾਜੀ ਇਜ਼ ਅ ਪਿਲਗ੍ਰਮ, ਖਵਾਜਾ ਇਜ਼ ਅ ਮਾਸਟਰ, ਕੁਤੁਬ ਇਜ਼ ਅ ਸਪਿਰਿਚੁਅਲ ਟੀਚਰ, ਐਂਡ ਫਰੀਦ ਇਜ਼ ਜਿਹੜਾ ਬਹੁਤ ਯੂਨੀਕ ਆ। ਇਹ ਹੁਣ ਚਾਰ ਕੀ ਸੀਗੇ? ਪਹਿਲਾਂ ਤਾਂ ਦਿਖਾ ਰਹੇ ਨੇ ਕਿ ਇਹ ਉਸ ਲਾਈਨ 'ਚ ਆ ਰਹੇ ਨੇ, ਇਹ ਸੈਯਦ ਮੁਸਲਮਾਨ ਸੀਗੇ। ਸੁੰਨੀਆਂ ਚੋਂ ਕਿਵੇਂ ਸ਼ੀਆ ਵਾਲਾ ਆਈਡੀਆ ਵੀ ਆ ਰਿਹਾ। ਇੱਥੇ ਦੇਖੋ ਕਿਵੇਂ ਬੜੀ ਵੱਡੀ ਗੱਲ ਆ ਪੰਜਾਬ ਵਿੱਚ ਸਮਝਣ ਵਾਲੀ। ਤੇ ਪੰਜਾਬ ਵਿੱਚ ਹੀ ਕਿਉਂ ਆ ਰਿਹਾ? ਕਿਉਂਕਿ ਪੰਜਾਬ ਵਿੱਚ ਇਕੱਲੇ ਰਿਲੀਜੀਅਸ ਲਾਜ਼ ਦੀ ਗੱਲ ਨਹੀਂ ਹੋਊ, ਕਈ ਵਾਰ ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਨਜ਼ਰਅੰਦਾਜ਼ ਤਾਂ ਨਹੀਂ ਕਰਦੇ, ਬਟ ਉਹਨੂੰ ਕਹਿੰਦੇ ਹੋ ਕਿ ਕੋਈ ਗੱਲ ਨਹੀਂ, ਆਪਾਂ ਪਿਆਰ ਦੀ ਵੱਡੀ ਗੱਲ ਆ। ਉਹਦੇ ਵਿੱਚ ਜਿਹੜਾ ਹੁਣ ਇਹ ਸਾਰੇ ਮੁਰਸ਼ਿਦ ਤੇ ਪੀਰ ਨੇ, ਜਿਹੜੇ ਮੈਂ ਉਹਨਾਂ ਦੇ ਨਾਂ ਹੈਗੇ, ਜਿਵੇਂ ਹਾਜੀ ਉਸਮਾਨ ਹਰੂਨੀ ਸੀਗੇ, ਖਵਾਜਾ ਸਾਹਿਬ ਮੋਇਨੁਦੀਨ ਚਿਸ਼ਤੀ ਅਜਮੇਰੀ ਵਾਲੇ ਨੇ, ਤੇ ਕੁਤੁਬ ਹੈਗੇ ਨੇ ਕੁਤੁਬੁੱਦੀਨ ਬਖਤਿਆਰ ਕਾਕੀ, ਤੇ ਫਰੀਦ ਨੇ ਬਾਬਾ ਫਰੀਦ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ। ਹੁਣ ਬਖਤਿਆਰ ਕਾਕੀ ਬਾਬਾ ਫਰੀਦ ਜੀ ਦੇ ਤੁਸੀਂ ਕਹਿ ਸਕਦੇ ਹੋ ਗੁਰੂ ਸੀ, ਜੇ ਸਮਝਣਾ ਸਿਸਟਮ ਨੂੰ, ਵਿਚ ਮੀਨਸ ਕਿ ਕੋਈ ਸਿਖਾ ਰਿਹਾ। ਤੁਸੀਂ ਅਰਲੀਅਰ ਗੱਲ ਕੀਤੀ ਨਾ, ਸਿਖਾ ਕੀ ਰਿਹਾ? ਜੇ ਆਪਾਂ ਗੱਲਾਂ ਕਰਕੇ ਹਟੇ ਨੇ, ਇੱਦਾਂ ਹੀ ਥੋੜ੍ਹੀ ਬਾਬਾ ਫਰੀਦ ਜੀ ਗੰਜੇ ਸ਼ੱਕਰ ਬਣ ਗਏ। ਇਵੈਂਚੁਅਲੀ ਉਹਨਾਂ ਨੂੰ ਸ਼ੇਖ ਜਾਂ ਸੈਖ ਫਰੀਦ ਆਖਿਆ ਗਿਆ। ਸ਼ੇਖ ਯੂ ਨੋ ਇਜ਼ ਅ ਲੀਡਰ।
ਲੀਡਰ ਕਿਵੇਂ ਬਣ ਰਹੇ ਨੇ, ਉਹ ਲੀਡਰਸ਼ਿਪ ਵਿੱਚ ਉਹ ਧਰਮ ਦੇ ਖਿਲਾਫ ਨਹੀਂ ਬੋਲਦੇ ਕਿਸੇ ਦੇ, ਜੀ ਧਰਮ ਦਾ ਮਜ਼ਾਕ ਵੀ ਨਹੀਂ ਉਡਾਉਂਦੇ। ਤੁਸੀਂ ਦੇਖੋ ਉਹਨਾਂ ਦੀ ਬਾਣੀ 'ਚ ਕੋਈ ਮਜ਼ਾਕ ਨਹੀਂ ਉਡਾਇਆ, ਬਲਕਿ ਉਹਨਾਂ ਤੇ ਇਹ ਵੀ ਕਿਹਾ ਤਾ ਕਿ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਠੀਕ। ਉਹ ਅੱਜ ਦਾ ਤਾਲੀਬਾਨ ਵਾਂਗੂ ਨਹੀਂ ਸੀ ਕਿ ਉਹਨਾਂ ਦੇ ਸਿਰ ਵੱਢ ਦੋ। ਉਹਨਾਂ ਦਾ ਕਹਿਣ ਦਾ ਮਤਲਬ ਆ ਕਿ ਮੈਂ ਸਵੇਰੇ ਉੱਠਿਆ ਤੇ ਮੈਂ ਵਜ਼ੂ ਵੀ ਨਹੀਂ ਕੀਤੇ, ਧੋਇਆ ਵੀ ਨਹੀਂ, ਆਪਣੇ ਆਪ ਨੂੰ ਸਾਫ਼ ਵੀ ਨਹੀਂ ਕੀਤਾ, ਤੇ ਮੈਂ ਉੱਠ ਕੇ ਜੇ ਨਮਾਜ਼ ਹੀ ਨਹੀਂ ਪੜ੍ਹੀ ਫਿਰ ਮੇਰਾ ਤਾਂ ਸਿਰ ਲਾ ਦੇਣਾ ਚਾਹੀਦਾ। ਉਹਨਾਂ ਦਾ ਮਤਲਬ ਆਪਣੇ ਬਾਰੇ ਗੱਲ ਕਰ ਰਹੇ ਨੇ, ਵਿਚ ਮੀਨਸ ਹੀ ਇਜ਼ ਨਾਟ ਮੇਕਿੰਗ ਫਨ ਆਫ ਸ਼ਰਾ। ਇਹ ਬਹੁਤ ਇੰਪੋਰਟੈਂਟ ਗੱਲ ਆ, ਕਿਉਂਕਿ ਅਸੀਂ ਜਿਹੜੇ ਮਜ਼ਾਕ ਉਡਾਉਂਦੇ ਨੇ ਨਾ ਧਰਮ ਦਾ, ਅਸੀਂ ਉਧਰ ਵੱਲ ਤਵੱਜੋ ਦਿੰਦੇ, ਉਹ ਤਿਆਰੀ ਨਹੀਂ ਹੁੰਦੀ, ਉਹ ਇੱਕ ਮਜ਼ਾ ਹੁੰਦਾ। ਬਾਬਾ ਬੁੱਲੇ ਸ਼ਾਹ ਸੋਰਟ ਆਫ ਇਜ਼ ਲਾਈਕ ਦੈਟ, ਜੇ ਤੁਸੀਂ ਇਹ ਡਿਫਰੈਂਸ਼ੀਏਸ਼ਨ ਸਮਝਣੀ ਆ, ਕਿਉਂਕਿ ਉਹ ਮਜ਼ਾਕ ਉਡਾਉਂਦਾ ਹੈਗਾ ਸ਼ਰਾ ਦਾ। ਬਾਬਾ ਫਰੀਦ ਜੀ ਬਿਲਕੁਲ ਨਹੀਂ ਉਡਾਉਂਦੇ, ਬਲਕਿ ਉਹ ਇਹ ਦੱਸ ਰਹੇ ਨੇ ਕਿ ਤੁਸੀਂ ਇਹਦੇ 'ਚ ਦੇਖੋ ਕਿ ਲੈਣਾ ਕੀ ਆ, ਆਪਣੇ ਆਪ ਨੂੰ ਕਿਵੇਂ ਡਿਵੈਲਪ ਕਰਨਾ, ਆਪਣੇ ਆਪ ਵਿੱਚ। ਸੋ ਇਹ ਸਿਲਸਿਲਾ ਜਿਹਨੂੰ ਅਸੀਂ ਆਖਦੇ ਹਾਂ, ਮੈਂ ਵੀ ਸਲੀਮ ਚਸ਼ਤੀ ਦੀ ਦਰਗਾਹ ਤੇ ਗਿਆ ਹੋਇਆ 2-3 ਵਾਰੀ, ਫਤਿਹਪੁਰ ਸੀਕਰੀ ਦੇ ਵਿੱਚ। ਇਹ ਨਿਜ਼ਾਮੁਦੀਨ ਔਲੀਆ ਵੀ ਨਹੀਂ ਸਮਝ ਆਊਗਾ ਤੇ ਖੁਸਰੋ ਵੀ ਨਹੀਂ ਸਮਝ ਆਊ, ਇਹ ਉਸ ਤੋਂ ਪਹਿਲਾਂ ਇਹ ਨੇ, ਉਹ ਇੱਥੋਂ ਨਿਕਲੇ ਨੇ। ਜਿਹੜਾ ਮਿਊਜ਼ਿਕ ਆ ਗਿਆ ਇਸਲਾਮ ਦੇ ਵਿੱਚ ਸਿਰਫ ਪੰਜਾਬ 'ਚ ਆਇਆ ਨਾ, ਉਹ ਇੱਥੋਂ ਆਇਆ। ਇਹ ਕਿਉਂਕਿ ਇਹਦੀ ਤਿਆਰੀ ਕਰਾਈ ਗਈ, ਕਿਉਂਕਿ ਇੱਕ ਰਿਲੀਜੀਅਸ ਲਾਅ ਖੜਾ ਤੁਹਾਡੇ, ਜਿਹੜਾ ਤੁਹਾਨੂੰ ਅਲਾਉ ਨਹੀਂ ਕਰਦਾ ਮਿਊਜ਼ਿਕ। ਦੂਸਰੀ ਤਰਫ ਤੁਸੀਂ ਰਿਲੀਜਨ ਦਾ ਰਿਲੀਜੀਅਸ ਲਾਅ, ਰਿਲੀਜਨ ਨਹੀਂ, ਕਿਉਂਕਿ ਰਿਲੀਜੀਅਸ ਲਾਅ ਹੋ ਜਾਂਦੇ ਨੇ ਇਹੋ ਜਿਹੀ ਚੀਜ਼ਾਂ 'ਚ। ਸੋ ਕਲਚਰਲੀ ਜਿਹੜੀ ਐਕਸੈਪਟੈਂਸ ਬਣੀ ਨਾ, ਇਹਦੇ ਪਿੱਛੇ ਉਹਨਾਂ ਦਾ ਇੱਕ ਗਹਿਰੀ ਟ੍ਰੇਨਿੰਗ ਆ ਤੇ ਇੱਕ ਗਹਿਰਾ ਰਿਸ਼ਤਾ ਹੈਗਾ ਰੱਬ ਦੇ ਨਾਲ। ਮੈਂ ਇਹ ਗੱਲ ਕਰਨੀ ਚਾਹੁੰਦਾ ਸੀ, ਜਿਹੜਾ ਅਸੀਂ ਕਵਾਲੀਆਂ ਸੁਣ ਲੈਂਦੇ ਹਾਂ ਬਟ ਸਾਨੂੰ ਸਮਝ ਨਹੀਂ ਆਉਂਦੀ ਇਹ ਗੱਲ। ਸੋ ਉਹ ਜਦ ਅਸੀਂ ਜੇ ਐਂਡਿੰਗ ਵੱਲ ਲੈ ਕੇ ਜਾਣਾ, ਦੇਖੋ ਐਂਡਿੰਗ ਦੇ ਵਿੱਚ ਤਾਂ ਮੈਂ ਗੱਲ ਕਰਾਂਗਾ ਕੋਠੇਵਾਲ ਸੀ ਜਿੱਥੇ ਉਹ ਪੈਦਾ ਹੋਏ, 10 ਕਿਲੋਮੀਟਰ ਦੂਰ ਮੁਲਤਾਨ ਤੋਂ, ਤੇ ਜਿੱਥੇ ਉਹ ਪੂਰੇ ਹੋਏ 92 ਸਾਲ ਦੀ ਉਮਰ 'ਚ, ਇਫ ਆਈ ਐਮ ਨਾਟ ਮਿਸਟੇਕਨ। ਤਾਂ ਹੀ ਉਹ ਗੱਲਾਂ ਕਰਦੇ ਨੇ ਕਿ ਹੁਣ ਮੇਰੀ ਦਾੜੀ ਵੀ ਭੂਰੀ ਹੋ ਗਈ। ਯੂ ਹੈਵ ਟੂ ਰੀਅਲਾਈਜ਼ ਕਿ ਉਹ ਆਪਣੀ ਗੱਲ ਕਰ ਰਹੇ ਨੇ ਕਿ ਹੁਣ ਤਾਂ ਕੁਝ ਵੀ ਨਹੀਂ ਬੋਡੀ ਦਾ ਬਚਣਾ, ਕਿਉਂਕਿ ਇਸਲਾਮ ਦੇ ਵਿੱਚ, ਗੁਰਬਾਣੀ ਦੇ ਵਿੱਚ ਵੀ, ਅਦਰਵਾਈਜ਼ ਤੁਸੀਂ ਦੇਖੋਗੇ ਗੁਰਬਾਣੀ ਵਿੱਚ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਬਹੁਤ ਯੂਟੀਲਾਈਜ਼ ਹੋਈ ਆ। ਇਹਨਾਂ ਨੇ ਆਪਣੀ 'ਚ ਨਹੀਂ ਕੀਤੀ, ਇਹ ਡੈਥ ਦੀ ਜ਼ਿਆਦਾ ਕਰਦੇ ਨੇ ਕਿਉਂਕਿ ਇਸਲਾਮ ਦੇ ਵਿੱਚ ਸਿੰਬਲਿਜ਼ਮ ਨਹੀਂ ਅਲਾਉਡ। ਠੀਕ ਹੈ ਜੀ। ਸੋ ਜਦੋਂ ਡੈਥ ਦੀ ਗੱਲ ਕਰ ਰਹੇ ਨੇ, ਉਹ ਕਹਿੰਦੇ ਤੁਸੀਂ ਮੇਰਾ ਸਭ ਕੁਝ ਲੈ ਜਾਓ, ਕਿਉਂਕਿ ਤੁਹਾਨੂੰ ਪਤਾ ਇਸਲਾਮ ਵਿੱਚ ਅਲਾਉਡ ਨਹੀਂ ਸਭ ਕੁਝ ਲੈ ਜਾਣਾ ਬੋਡੀ ਦਾ, ਜੇ ਮਰ ਵੀ ਜਾਵੇ। ਕਹਿੰਦੇ ਮੇਰੀ ਅੱਖਾਂ ਨਾ ਲੈ ਕੇ ਜਾਇਓ, ਕਿਉਂਕਿ ਫਿਰ ਦੇਖਣ ਕੀ ਆਸ। ਸੋ ਈਵਨ ਵੈਨ ਹੀ ਇਜ਼ ਵੈਰੀ ਅਵੇਅਰ ਆਫ ਦੈਟ ਹਿਜ਼ ਬੋਡੀ ਇਜ਼ ਵਿਦਰਿੰਗ ਅਵੇ, ਕਿ ਖਤਮ ਹੋ ਰਿਹਾ ਸਭ ਕੁਝ, ਕਹਿੰਦੇ ਫਿਰ ਵੀ ਮੇਰੀ ਅੱਖਾਂ ਛੱਡ ਦਿਓ। ਉਹ ਹੁਣ ਕਾਂ ਨੂੰ ਏਦਾਂ ਕਹਿਣਾ ਪੰਜਾਬੀ ਕਲਚਰ ਦਾ ਹਿੱਸਾ, ਕਿਉਂਕਿ ਕਾਂ ਹੀ ਸੰਦੇਸ਼ਾ ਲੈ ਕੇ ਆਉਂਦਾ ਸੀ ਕਿ ਉਹ ਆਉਣ ਵਾਲਾ ਜਿਹਨੂੰ ਤੂੰ ਉਡੀਕ ਰਿਹਾ, ਉਡੋਂ ਦਾ ਕਾਗਾ ਕਰ ਰਿਹਾ, ਆਪਾਂ ਪੜ੍ਹਦੇ ਹਾਂ ਨਾ। ਸੋ ਇਹ ਕਲਚਰਲ ਸਿੰਬਲਿਜ਼ਮ ਦੇ ਵਿੱਚ ਲੋਕਾਂ ਨੇ ਇਸ ਕਰਕੇ ਅਪਰੀਸ਼ੀਏਟ ਕੀਤਾ ਕਿ ਉਹਨਾਂ ਨੇ ਜਿਹੜੀ ਰਿਲੀਜੀਓਸਿਟੀ ਸੀ ਕਿਸੇ ਤੇ ਥੋਪੀ ਨਹੀਂ, ਉਹ ਆਪਣੇ ਤੇ ਅਪਲਾਈ ਕਰਕੇ ਲੋਕਾਂ ਨੂੰ ਜਿਹੜਾ ਲਾਰਜਰ ਮੈਸੇਜ ਆ, ਜਿਹੜੀ ਲਾਰਜਰ ਵਿਜ਼ਨ ਆ ਕਿ ਸਾਰਿਆਂ ਨੇ ਉਹਦੇ ਨਾਲ ਇਸ਼ਕ ਕਰਨਾ, ਉਹ ਇਸ਼ਕ ਦੇ ਆਈਡੀਆਜ਼ ਨਹੀਂ ਦਿੱਤੇ, ਇਸ਼ਕ ਦੀਆਂ ਝਲਕੀਆਂ ਦਿੱਤੀਆਂ ਨੇ, ਕਿਉਂਕਿ ਕਰਨਾ ਤੁਸੀਂ ਆਪ ਹੁੰਦਾ। ਐਬਸੋਲੂਟਲੀ ਜੀ, ਚੈਰਿਟੀ ਬਿਗਨਸ ਐਟ ਹੋਮ ਜੋ ਕਿਹਾ ਜਾਂਦਾ ਹੈ ਕਿ ਗੱਲਾਂ ਤਾਂ ਬਹੁਤ ਹੁੰਦੀਆਂ ਨੇ, ਲੇਕਿਨ ਜਦ ਤੱਕ ਉਹ ਚੀਜ਼ਾਂ ਨੂੰ ਅਡਾਪਟ ਨਾ ਕੀਤਾ ਜਾਏ। ਐਂਡ ਅੱਜ ਜਿੱਥੇ ਅਸੀਂ ਕਹਿੰਦੇ ਸਭ ਸਿੱਖਣ ਕੋ ਹੈ, ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਅਸੀਂ ਗੁਰੂ ਗ੍ਰੰਥ ਨੂੰ ਮੱਥਾ ਤਾਂ ਟੇਕ ਰਹੇ ਹਾਂ, ਪਰ ਕੀ ਗੁਰੂ ਗ੍ਰੰਥ ਦੀ ਮੰਨ ਰਹੇ ਹਾਂ? ਇਸ ਪਾਸੇ ਜੇਕਰ ਅਸੀਂ ਧਿਆਨ ਦਈਏ ਅਤੇ ਇਹ ਔਲੀਏ, ਇਹ ਪੀਰ ਪੈਗੰਬਰ ਜਿਨ੍ਹਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੇਕਰ ਅਸੀਂ ਇਸ ਨੂੰ ਐਨਾਲਾਈਜ਼ ਕਰਕੇ ਸਮਝਣ ਦਾ ਯਤਨ ਕਰੀਏ ਤਾਂ ਡੈਫੀਨੇਟਲੀ ਜਿਉਣ ਦਾ ਇੱਕ ਵੱਖਰਾ ਹੀ ਸਾਡਾ ਅੰਦਾਜ਼ ਹੋ ਜਾਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਇੱਥੇ ਆ ਕੇ ਤੁਸੀਂ ਅੱਜ ਬਾਬਾ ਫਰੀਦ ਜੀ ਦੇ ਸੰਬੰਧ ਵਿੱਚ ਸਾਨੂੰ ਉਹਨਾਂ ਦਾ ਜਿਹੜਾ ਰਿਲੀਜੀਅਸਲੀ ਅਤੇ ਕਲਚਰਲ ਐਸਪੈਕਟ ਤੋਂ ਜੋ ਉਸਦੀ ਸਿਗਨੀਫੀਕੈਂਸ ਹੈ ਉਸ ਤੋਂ ਜਾਣੂ ਕਰਾਇਆ। ਥੈਂਕ ਯੂ ਵੈਰੀ ਮਚ ਐਂਡ ਬੈਸਟ ਵਿਸ਼ਜ਼। ਮਿਹਰਬਾਨੀ। ਥੈਂਕ ਯੂ ਜੀ।